ਆਪਾਂ ਆਈਏ ਜੀ ਹੁਣ ਅਬ ਮੈਂ ਆਪਣੀ ਕਥਾ ਬਖਾਨੋ। ਦਸਮ ਗ੍ਰੰਥ ਦਾ ਤੀਸਰਾ ਅਧਿਆਇ ਹੈ ਜੀ ਬਚਿੱਤਰ ਨਾਟਕ। 80ਵੇਂ ਪੰਨੇ ਤੋਂ ਇਹ ਸ਼ੁਰੂ ਹੋ ਜਾਂਦਾ ਤੇ ਕਿਹਾ ਜਾਂਦਾ ਇਹਦੇ ਬਾਰੇ ਬਈ ਇਹ ਗੁਰੂ ਗੋਬਿੰਦ ਸਿੰਘ ਜੀ ਜਾਂ ਜੋ ਵੀ ਇਹਦਾ ਲੇਖਕ, ਕਿਉਂਕਿ ਮੈਂ ਨਹੀਂ ਮੰਨਦਾ ਹੈਗਾ ਵੀ ਦਸਮ ਗ੍ਰੰਥ ਹੈ ਜਿਹੜਾ ਉਹਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਹੈਗੀ ਹੈ ਜੀ, ਔਰ ਮੇਰੇ ਆਪਣੇ ਮੰਨਣ ਦੇ ਕਾਰਨ ਇਟਸ ਡਿਬੇਟੇਬਲ। ਠੀਕ ਹੈ ਜੀ। ਇਹ ਹੈਗਾ ਆਪਣੇ 117 ਨੰਬਰ ਪੇਜ ਹੈ ਜੀ ਇਹਦਾ ਪੰਨਾ ਦਸਮ ਗ੍ਰੰਥ ਦਾ। 80ਵੇਂ ਨੰਬਰ ਪੰਨੇ ਤੋਂ ਇਹ ਸ਼ੁਰੂ ਹੋ ਜਾਂਦੀ ਹੈ। 80 ਤੋਂ ਲੈ ਕੇ 117 ਤੱਕ ਕੋਈ ਹਿਸਾਬ ਕਿਤਾਬ ਹੈ ਹੀ ਨਹੀਂ ਗਾ ਉਹਦੇ ਵਿੱਚ ਵੀ ਇਹ ਆਟੋਬਾਇਓਗ੍ਰਾਫੀ ਹੈ, ਔਰ ਲਿਖਣ ਵਾਲਾ ਲੇਖਕ ਆਪ ਮੰਨਦਾ ਹੈ ਇਹਦਾ, ਜਿਹਨੇ ਵੀ ਲਿਖੀ ਹੈ ਇਹ। ਮੈਨੂੰ ਨਹੀਂ ਪਤਾ ਹੈ ਕਿਹਨੇ ਲਿਖੀ ਹੈ ਜੀ। ਬ੍ਰਾਹਮਣਵਾਦ ਬਹੁਤ ਝਲਕਦਾ ਇਹਦੇ ਵਿੱਚ, ਵਿਪਰਵਾਦ। ਤੇ ਉਹਦੇ 'ਚ ਇਹ ਆ ਕੇ 117ਵੇਂ ਨੰਬਰ ਪੇਜ ਤੇ ਅਬ ਮੈਂ ਆਪਣੀ ਕਥਾ ਬਖਾਨੋ, ਜਿਹਦੇ ਤੋਂ ਇਹ ਸਾਬਤ ਹੁੰਦਾ ਵੀ ਇਹ ਵਾਲਾ ਚੈਪਟਰ ਘੱਟੋ ਘੱਟ ਜਿਹੜਾ ਤੀਸਰਾ ਚੈਪਟਰ ਹੈ ਬਚਿੱਤਰ ਨਾਟਕ, ਵੀ ਇਹਦੇ ਲੇਖਕ ਦੀ ਸਵੈ ਜੀਵਨੀ ਹੈ। ਤਪ ਸਾਧਤ ਜਿਹ ਵਿਧੀ ਮੂਹ ਆਨੋ, ਜਿਸ ਤਰ੍ਹਾਂ ਮੈਨੂੰ ਤਪ ਕਰਦੇ ਨੂੰ ਲਿਆਂਦਾ ਗਿਆ। ਤਪ ਕਰ ਰਿਹਾ ਜੀ ਲੇਖਕ, ਕਿੱਥੇ ਕਰ ਰਿਹਾ ਹੈ? ਜਿੱਥੇ ਹੇਮਕੁੰਡ ਪਰਬਤ ਹੈ। ਹੇਮਕੁੰਡ ਪਰਬਤ ਤੇ ਇਹਦੇ ਲੇਖਕ ਨੂੰ ਤਪ ਕਰਦੇ ਨੂੰ ਲਿਆਂਦਾ ਗਿਆ। ਤੇ ਹੇਮਕੁੰਡ ਪਰਬਤ ਦੀ ਕੀ ਖਾਸੀਅਤ ਹੈ? ਸੱਤ ਸ੍ਰਿੰਗ ਸ਼ੋਭਿਤ ਹੈ ਤਹਾਂ, ਜਿੱਥੇ 7 ਪਰਬਤਾਂ ਦੀਆਂ ਚੋਟੀਆਂ ਨੇ ਉਹ ਸੁਸ਼ੋਭਿਤ ਨੇ। ਉਸ ਜਗ੍ਹਾ ਦਾ ਨਾਮ ਹੇਮਕੁੰਟ ਆ ਤੇ ਉਸ ਸਥਾਨ ਦਾ ਨਾਮ ਸਪਤ ਸ੍ਰਿੰਗ ਕਿਹਾ ਜਾਣ ਲੱਗਿਆ ਜੀ। ਯਾਨੀ 7 ਚੋਟੀਆਂ ਵਾਲੀ ਜਗ੍ਹਾ ਹੇਮਕੁੰਡ ਕਹਿ ਲਈਏ, ਉਹਨੂੰ ਸਪਤ ਸ੍ਰਿੰਗ ਕਹਿ ਲਈਏ। ਪਾਂਡੂ ਰਾਜ ਜਹ ਜੋਗ ਕਮਾਵਾਂ, ਇੱਥੇ ਮੈਨੂੰ ਗੜਬੜ ਲੱਗਦੀ ਹੈਗੀ ਹੈ ਜੀ ਇਹਦੀ, ਜਿੱਥੇ ਪਾਂਡਵਾਂ ਨੇ ਰਾਜ ਯੋਗ ਦੀ ਸਾਧਨਾ ਕੀਤੀ ਸੀ। ਇਹ ਮੈਂ ਜਿਹੜੇ ਆਪਣੇ ਮੇਰੇ ਐਕਸਪਰਟ, ਇਹ ਮੇਰੀ ਦੂਜੀ ਵਾਰੀ ਮੇਰੇ ਧਿਆਨ ਚ ਆਈ ਹੈ ਇਹੀ ਲਾਈਨ। ਇਹਨੇ ਲਿਖਣ ਵਾਲੇ ਨੇ ਕੀਤੀ ਹੈ ਜੀ ਇਹਦੀ ਕਥਾ, ਪਾਂਡੂ ਰਾਜ ਜਹ ਜੋਗ ਕਮਾਵਾਂ। ਪਾਂਡੂ ਰਾਜ, ਪਾਂਡੂ ਹੋ ਗਏ ਪਾਂਡਵ। ਇਹਨੇ ਤਰਜਮਾ ਕੀਤਾ ਜਿੱਥੇ ਪਾਂਡਵਾਂ ਨੇ ਰਾਜਯੋਗ ਦੀ ਸਾਧਨਾ ਕੀਤੀ ਸੀ। ਮੇਰੀ ਇਹ ਫੀਲਿੰਗ ਆ ਕਿ ਜਹ ਦਾ ਮਤਲਬ ਜਿਵੇਂ ਪਾਂਡਵਾਂ ਨੇ ਉੱਥੇ ਯੋਗ ਕੀਤਾ ਸੀਗਾ, ਉਵੇਂ ਹੀ ਉਹਨਾਂ ਵਾਂਗਣ ਮੈਂ ਯੋਗ ਕਮਾਇਆ, ਕਿਉਂਕਿ ਹੋ ਰਿਹਾ ਆ ਤਪ ਕੀਤਾ ਨਾ ਉੱਥੇ। ਆ ਦੇਖੋ, ਅਬ ਮੈਂ ਆਪਣੀ ਕਥਾ ਬਖਾਨੋ, ਹੁਣ ਮੈਂ ਆਪਣੀ ਵਾਰਤਾ ਦਾ ਵਿਖਿਆਨ ਕਰਦਾ ਹਾਂ। ਜਿਸ ਤਰ੍ਹਾਂ ਮੈਨੂੰ ਤਪ ਕਰਦੇ ਨੂੰ ਲਿਆਂਦਾ ਗਿਆ ਹੈ। ਤਪ ਕਾਹਦਾ ਕਰਦਾ ਸੀਗਾ? ਪਾਂਡੂਆਂ ਵਰਗਾ ਤਪ। ਪਾਂਡੂ ਰਾਜ ਜਹ ਜੋਗ ਕਮਾਵਾਂ, ਜਿਵੇਂ ਪਾਂਡੂ ਰਾਜਾ ਨੇ ਰਾਜ ਪਾਂਡਵਾਂ ਨੇ ਉੱਥੇ ਜੋਗ ਕਮਾਇਆ ਸੀ, ਉਸੇ ਤਰ੍ਹਾਂ ਮੈਂ ਜੋਗ ਕਮਾਇਆ ਇੱਥੇ ਸਪਤ ਸ੍ਰਿੰਗ ਦੇ ਉੱਤੇ। ਪਰ ਇੱਥੇ ਤਰਜਮਾ ਕੀਤਾ ਗਿਆ ਜਿੱਥੇ ਪਾਂਡਵਾਂ ਨੇ ਰਾਜਯੋਗ ਦੀ ਸਥਾਪਨਾ ਕੀਤੀ, ਮਤਲਬ ਕਿ ਨੋ ਡਾਊਟ ਕੀਤੀ, ਪਰ ਜਿਹੜਾ ਮਤਲਬ ਇਹਦਾ ਮੈਨੂੰ ਲੱਗ ਰਿਹਾ ਆ, ਜਹ ਸ਼ਬਦ ਦਾ ਜਿਹੜਾ ਮਤਲਬ ਆ ਵੀ ਉਹਨਾਂ ਵਾਂਗ ਪਾਂਡੂ ਰਾਜ ਜਿਹਾ ਜੋਗ ਕਮਾਵਾਂ, ਜਿਵੇਂ ਉਹਨਾਂ ਨੇ ਜੋਗ ਕਮਾਇਆ ਉਵੇਂ ਮੈਂ ਇੱਥੇ ਜੋਗ ਕਮਾ ਰਿਹਾ ਹਾਂ। ਸਪਤ ਸ੍ਰਿੰਗ ਹੇਮਕੁੰਡ ਸਾਹਿਬ। ਹੇਮਕੁੰਡ ਦੀ ਇਹਨਾਂ ਨੇ ਇੱਕ ਹੋਰ ਵੀ ਤਰਜਮਾ ਕੱਢਿਆ ਜੀ ਇਹਦਾ। ਹੇਮਕੁੰਡ ਸਾਹਿਬ ਦਾ ਮਤਲਬ ਜਿਹੜਾ ਉਹ ਧਰਮੇ ਨਿਹੰਗ ਆ, ਜਿਹੜਾ ਧਰਮਾ ਨਿਹੰਗ ਕਹਿੰਦੇ, ਖੰਨੇ ਤੋਂ ਆ ਮੇਰੇ ਇਲਾਕੇ ਤੋਂ ਧਰਮਾ ਨਿਹੰਗ, ਉਹਦਾ ਇੱਕ ਚੇਲਾ ਜੀ ਗੁਰਜੀਤ ਧਾਮੀ। ਤੇ ਉਹ ਕਹਿੰਦਾ ਹੇਮਕੁੰਡ ਸਾਹਿਬ ਕੋਈ ਜਗ੍ਹਾ ਦਾ ਨਾਂ ਨਹੀਂਗਾ, ਤੁਹਾਡੇ ਹਿਰਦੇ ਦੇ ਵਿੱਚ ਹੀ ਹੈ ਹੇਮਕੁੰਡ ਸਾਹਿਬ। ਇਹ ਹੁਣ ਧਰਮੇ ਨਿਹੰਗ ਤੇ ਬਾਕੀ ਦੇ ਜਿਹੜੇ ਹੈਗੇ ਨੇ ਆਪਣੇ ਦਸਮ ਗ੍ਰੰਥੀ, ਕਿਉਂਕਿ ਇਹਨਾਂ ਦੇ ਵੀ ਕਈ ਧੜੇ ਨੇ, ਇਹ ਆਪਸ ਚ ਡਿਸਾਈਡ ਕਰ ਲੈਣ ਵੀ ਇਹ ਜਿਹੜਾ ਹੇਮਕੁੰਡ ਸਾਹਿਬ ਜਿੱਥੇ ਆਪਣੇ ਯਾਤਰਾ ਖੁੱਲ ਜਾਂਦੀ ਹੈ ਜਾਣੀ ਗਰਮੀਆਂ ਦੇ ਵਿੱਚ, ਉੱਤਰਾਖੰਡ ਦੇ ਵਿੱਚ ਹੈ ਜੀ, ਰਿਸ਼ੀਕੇਸ਼ ਤੋਂ ਅੱਗੇ ਜਾ ਕੇ ਕਿਹੜੇ ਘਾਟ ਸੀਗੇ, 2 ਘਾਟਾਂ ਆਉਂਦੀਆਂ ਨੇ, ਤੇ ਫਿਰ ਗੋਬਿੰਦ ਧਾਮ ਤੇ ਗੋਬਿੰਦ ਘਾਟ, ਉਹ ਤੋਂ ਅੱਗੇ ਪੈਦਲ ਯਾਤਰਾ ਕਰਕੇ ਤੇ ਆਪਾਂ ਉੱਥੇ ਪਹੁੰਚਦੇ ਹਾਂ। ਤੇ ਅਗਰ ਉਹ ਹਿਰਦੇ ਦੇ ਵਿੱਚ ਹੈ ਤੇ ਫਿਰ ਇੰਨੇ ਲੋਕ ਜਾਂਦੇ ਕਿਉਂ ਨਹੀਂ ਉੱਥੇ, ਇਹ ਡਿਸਾਈਡ ਕਰ ਲੈਣ। ਠੀਕ ਹੈ ਜੀ। ਜਿੱਥੇ ਪਾਂਡੂ ਰਾਜ ਜਹ ਜੋਗ ਕਮਾਵਾਂ, ਜਿਵੇਂ ਪਾਂਡੂ ਰਾਜਿਆਂ ਨੇ ਪਾਂਡਵਾਂ ਨੇ ਜੋਗ ਕਮਾਇਆ, ਉਹਨਾਂ ਵਰਗਾ ਮੈਂ ਜੋਗ ਕਮਾਇਆ ਜੀ ਇਹਨਾਂ ਤੇ। ਤਹ ਹਮ ਅਧਿਕ ਤਪੱਸਿਆ ਸਾਧੀ। ਠੀਕ ਹੈ ਜੀ। ਉਸ ਥਾਂ ਤੇ ਅਸੀਂ ਬਹੁਤ ਅਧਿਕ ਤਪੱਸਿਆ ਕੀਤੀ ਹੈ। ਕਲੀਅਰ ਹੋ ਜਾਂਦਾ ਹੈ ਇਹ ਕਿਹਦੀ ਗੱਲਬਾਤ ਹੋ ਰਹੀ ਹੈ? ਜਿਹੜਾ ਇਹਦਾ ਲੇਖਕ ਆ, ਇਸ ਗ੍ਰੰਥ ਦਾ ਲੇਖਕ ਆ, ਇਸ ਚੈਪਟਰ ਦਾ ਲੇਖਕ ਆ, ਉਹ ਆਪਣੇ ਬਾਰੇ ਗੱਲਬਾਤ ਕਰ ਰਿਹਾ। 117 ਨੰਬਰ ਪੇਜ ਹੈ ਜੀ ਇਹ। ਖੈਰ ਮੈਂ ਚੌਪਾਈ ਤੋਂ ਸ਼ੁਰੂ ਕੀਤਾ ਕਿਉਂਕਿ ਅਬ ਮੈਂ ਆਪਣੀ ਕਥਾ ਬਖਾਨੂ ਤੋਂ ਪਹਿਲਾਂ ਜਿਹੜਾ ਹੈਗਾ ਪਤਾ ਨਹੀਂ ਕਿਹਦੀਆਂ ਗੱਲਾਂ ਹੋਈ ਜਾਂਦੀਆਂ ਨੇ ਉਹਦੇ ਵਿੱਚ, ਜਾਣੀ ਉਹ ਬ੍ਰਾਹਮਣਵਾਦ ਆ ਨਿਰਾ ਜੀ, ਉਹ ਦੇਵੀ ਦੇਵਤਿਆਂ ਦੀਆਂ ਲੜਾਈਆਂ, ਮਹਾਕਾਲ, ਕਾਲ ਦੀ ਉਸਤਤ ਵੀ ਆ ਜਾਂਦੀ ਹੈ, ਉਹਦੇ ਤੇ ਵੀ ਗੱਲ ਅੱਗੇ ਜਾ ਕੇ ਕਰਾਂਗੇ, ਜਾਣੀ ਪਿੱਛੇ ਜਾਣਾ ਪੈਣਾ ਪੰਨਿਆਂ ਵਾਈਜ਼। ਠੀਕ ਹੈ ਜੀ। ਮੈਂ ਹੁਣ ਲੈ ਕੇ ਆਵਾਂ ਇਹਦਾ ਅਗਲਾ ਪੰਨਾ ਜੀ, ਇਹਦਾ 117 ਆ, ਇਹ ਆ ਗਿਆ ਜੀ ਪੰਨਾ 118।
ਇੱਥੇ ਕਿੱਲੀ ਅੜ ਜਾਂਦੀ ਹੈ ਜੀ ਟਕਸਾਲੀਆਂ ਦੀ ਤੇ ਦਸਮ ਗ੍ਰੰਥੀਆਂ ਦੀ ਤੇ ਇਹਦੇ ਹੱਕ ਵਾਲਿਆਂ ਦੀ ਤੇ ਵਿਰੋਧੀਆਂ ਦੀ। ਮਹਾਕਾਲ ਕਾਲਕਾ ਅਰਾਧੀ, ਅਸਲ 'ਚ ਮੈਨੂੰ ਕੀ ਚਾਹੀਦਾ ਸੀਗਾ, ਮੈਂ ਉਹ ਜਿਹੜਾ ਦੂਜਾ ਵੀ ਹੈ ਨਾ ਇਹਨੂੰ ਉੱਪਰ ਲੈ ਆਵਾਂ ਜੀ, ਉਹਨੂੰ ਨਾਲ ਇੱਥੇ ਵੀ ਲਿਆ ਸਕਦਾ ਮੈਂ। ਖੈਰ ਇੱਕ ਮਿੰਟ ਦਿਓ ਜੀ ਮੈਨੂੰ, ਕਿਉਂਕਿ ਉਹਦਾ ਐਂਡ ਹੁੰਦਾ ਤੇ ਇੱਥੇ ਸ਼ੁਰੂ ਹੁੰਦਾ 118 ਨੰਬਰ ਪੇਜ ਤੇ। ਮੈਂ ਇੱਥੇ ਕਰਾਂ ਐਡ ਇਮੇਜ, ਓਕੇ ਬਰਾਊਜ਼, ਫਿਰ ਇਹ ਜ਼ਿਆਦਾ ਗੱਲ ਬਣਨੀ ਹੈ ਜੀ। ਕਿਉਂਕਿ ਮੈਂ ਸਟੱਡੀ ਦੋਸਤੋ ਮੇਰੀ ਇਹਦੀ ਸਟੱਡੀ ਹੈ ਜੀ, ਆਪਣੀ ਕਾਫੀ ਟਾਈਮ ਮੈਂ ਸਪੈਂਡ ਕਰ ਰਿਹਾ ਦਸਮ ਗ੍ਰੰਥ ਪੜ੍ਹਨ ਦੇ ਵਾਸਤੇ, ਸਮਝਣ ਵਾਸਤੇ। ਤੇ ਮਹਾਕਾਲ ਕਾਲਕਾ ਅਰਾਧੀ ਆ ਗਿਆ ਜੀ, ਪੰਨਾ ਨੰਬਰ 118 ਹੀ ਲਿਆਂਦਾ ਮੈਂ, ਨਹੀਂ ਆਪਾਂ 117 ਲੈ ਕੇ ਪ੍ਰੋਪਰਟੀਜ਼ ਬਰਾਊਜ਼। ਫਿਰ 118 ਹੀ ਆ ਗਿਆ। ਆ ਜਾ ਭਾਈ, properties browse, ਓਕੇ ਆ ਲਓ ਜੀ। ਹੁਣ ਥੋੜਾ ਜਿਹਾ ਇਹਨੂੰ ਸਮਝਣਾ ਸੌਖਾ ਹੋ ਜਾਊਗਾ ਇੱਥੇ, ਕਿਉਂਕਿ ਇੱਥੇ ਉਹ ਟੁੱਟਦਾ ਆ ਤੇ ਅਗਲੀ ਜਗ੍ਹਾ ਤੇ ਉਹ ਸ਼ੁਰੂ ਹੋ ਜਾਂਦਾ ਆ, ਤੇ ਮੈਂ ਯਾਨੀ 117 ਤੋਂ ਬਾਅਦ 118 ਆ। ਹੁਣ ਇਹਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਨੀ ਆ ਵੀ ਇਹ ਜਿਹੜਾ ਮਹਾਕਾਲ ਕਾਲਕਾ ਅਰਾਧੀ ਜਿਹੜੇ ਇਹ ਕਹਿੰਦੇ ਨੇ ਵੀ ਇਹਦਾ ਕੀ ਮਤਲਬ ਆ। ਦੇਖੋ ਵੀ ਜਿੱਥੇ ਹੇਮਕੁੰਡ ਪਰਬਤ ਹੈ, ਜਿੱਥੇ ਸੱਤ ਪਰਬਤੀ ਚੋਟੀਆਂ ਸੁਭਾਮਾਨ ਹਨ, ਉਸ ਸਥਾਨ ਦਾ ਨਾਂ ਸਪਤ ਸਤਰਿੰਗ ਕਿਹਾ ਜਾਣ ਲੱਗਿਆ। ਜਿੱਥੇ ਪਾਂਡਵਾਂ ਵਾਲੀ ਮੈਂ ਕਲੀਅਰ ਕਰ ਚੁੱਕਿਆ ਹਾਂ। ਚਲੋ ਪਾਂਡਵਾਂ ਨੇ ਰਾਜਯੋਗ ਕਮਾਇਆ ਸੀਗਾ ਇਸੇ ਜਗ੍ਹਾ ਦੇ ਉੱਤੇ, 5 ਪਾਂਡਵ ਸੀਗੇ ਜੀ, 5 ਭਰਾ। ਤੇ ਮੈਨੂੰ ਇਹ ਲੱਗ ਰਿਹਾ ਹੈਗਾ ਵੀ ਪਾਂਡਵ ਰਾਜ ਜਹ ਜੋਗ ਕਮਾਵਾ, ਵੀ ਜਿਵੇਂ ਪਾਂਡੂ ਰਾਜ ਨੇ ਉੱਥੇ ਜੋਗ ਕਮਾਇਆ ਉਵੇਂ ਮੈਂ ਜੋਗ ਕਮਾਇਆ। ਕੀ ਨੇ? ਲੇਖਕ ਨੇ ਇਸ ਤੀਸਰੇ ਅਧਿਆਏ ਦੇ। ਉਸ ਥਾਂ ਤੇ ਅਸੀਂ ਬਹੁਤ ਅਧਿਕ ਤਪੱਸਿਆ ਕੀਤੀ। ਠੀਕ ਹੈ ਜੀ, ਉਸ ਥਾਂ ਤੇ ਅਸੀਂ ਬਹੁਤ ਤਪੱਸਿਆ ਕੀਤੀ। ਕਿਹਦੀ ਤਪੱਸਿਆ ਕੀਤੀ? ਇਹ ਅਗਲੀ ਲਾਈਨ ਦੱਸਦੀ ਹੈ ਜੀ, ਆਹ ਵਾਲੀ, ਮਹਾਕਾਲ ਕਾਲਕਾ ਅਰਾਧੀ। ਹੁਣ ਇੱਥੋਂ ਕਲੀਅਰ ਹੋ ਜਾਂਦਾ ਹੈ, ਯਾਨੀ ਮੈਨੂੰ ਐਕਸਪਲੇਨ ਕਰਨਾ ਇਸ ਕਰਕੇ ਪੈਣਾ ਕਿਉਂਕਿ ਇਹਨਾਂ ਨੇ ਜਿਹੜਾ ਕਾਲ ਅਲੱਗ ਕਰਤਾ ਜੀ ਕੱਕੇ ਤੋਂ। ਜਿਹੜਾ ਮਹਾਕਾਲ ਆ ਨਾ, ਜਿਹੜਾ ਮਹਾਕਾਲ ਆ ਤੇ ਆ ਕਾਲਕਾ ਆ, ਇਹ ਕਹਿੰਦੇ ਨੇ ਜਿਹੜਾ ਕਾਲ ਦੇ ਨਾਲ ਜਿਹੜਾ ਕੱਕਾ ਜੋੜਿਆ ਨਾ, ਕਾਲਕਾ ਬਣਾਤਾ ਤੁਸੀਂ, ਉਹ ਕਾਲਕਾ ਅਲੱਗ-ਅਲੱਗ ਸ਼ਬਦ ਨੇ। ਕਾਲ ਸਪੇਸ ਕਾ, ਮਹਾਕਾਲ ਕਾਲਕਾ ਅਰਾਧੀ। ਬਈ ਜਿਹੜਾ ਮਹਾਕਾਲ ਆ ਉਹਨੇ ਕਾਲ ਦੀ ਆਰਾਧਨਾ ਕੀਤੀ, ਯਾਨੀ ਅਰਾਧੀ। ਇਹਦੇ ਚੋਂ ਜਿਹੜਾ ਮਲਕੀਤ ਸਿੰਘ ਯੂਕੇ ਨੇ, ਉਹਨਾਂ ਨੇ ਇੱਕ ਵੀਡੀਓ ਬਣਾਈ ਹੈ 20 ਮਿੰਟਾਂ ਦੀ ਪਿਛਲੇ ਹਫਤੇ ਤੇ। ਜਿਹੜਾ ਦੂਜਾ ਆਪਣੇ ਬਾਈ ਜੀ ਜਤਿੰਦਰ ਸਿੰਘ ਨੇ ਫ੍ਰਿਜ਼ਨੋ ਵਾਲੇ, ਖਾਲਸਾ ਜੀ ਪੰਥ ਟੀਵੀ ਵਾਲੇ, ਉਹਨਾਂ ਨੇ ਵੀਡੀਓ ਬਣਾਈ ਹੈ। ਖੈਰ ਮੈਂ ਉਹਨਾਂ ਦੀ ਵੀਡੀਓ ਤਾਂ ਇਕੱਲੇ ਆਈ ਹੈ, ਮੈਂ ਨਹੀਂ ਵੇਖੀ ਜੀ। ਉਹਨਾਂ ਨੇ ਇਹਦਾ ਕੀ ਮਤਲਬ ਕੱਢਣਾ, ਪਰ ਉਹ ਮਤਲਬ ਉਹਨਾਂ ਨੇ ਇਹੀ ਕੱਢਣਾ ਕਿਉਂਕਿ ਪਿਛਲੇ ਹਫਤੇ ਜਾਬਾ ਦਾ ਭੇੜ ਹੋਇਆ ਸੀਗਾ, ਭੇਡ, ਤੇ ਉਹ ਕਹਿੰਦੇ ਵੀ ਇਹਨਾਂ ਨੂੰ ਇਕੱਠਾ ਨਾ ਕਰੋ, ਸ਼ਬਦ ਨੂੰ ਅਲੱਗ-ਅਲੱਗ ਕਰੋ। ਅਲੱਗ-ਅਲੱਗ ਕਰਨ ਤੋਂ ਬਾਅਦ ਮੈਂ ਤੇ ਇੱਕ ਪ੍ਰੋਗਰਾਮ ਪੇਸ਼ ਕੀਤਾ ਸੀਗਾ, ਮੇਰੇ ਖਿਆਲ 40-45 ਮਿੰਟ ਦਾ ਜਾਂ ਘੰਟੇ ਦਾ ਹੋਣਾ, ਮੈਂ ਭੁੱਲ ਗਿਆ, ਗੁਰਚਰਨ ਸਿੰਘ ਜੂਨ ਵਾਲੇ ਉਹਨਾਂ ਦੇ ਨਾਲ ਉਹ ਪ੍ਰੋਗਰਾਮ ਪੇਸ਼ ਕੀਤਾ। ਤੇ ਉਹਦੇ 'ਚ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਅਰਾਧੀ ਸ਼ਬਦ ਆ ਇਹ ਸਾਬਤ ਕਰਦਾ ਵੀ ਇਹ ਕਾਲਕਾ ਆ। ਉਹ ਜਿਹੜਾ ਉਹਨਾਂ ਦਾ ਐਂਗਲ ਆ ਉਹ ਤਾਂ ਲਾਗੂ ਹੁੰਦਾ ਅਗਰ ਆਪਣੀ ਜਿਹੜੀ ਅਸੀਂ ਮੰਨਦੇ ਹਾਂ, ਹਾਂ ਵੀ ਜਿਹੜਾ ਇਹ ਦਸਮ ਗ੍ਰੰਥ ਦਾ ਲਿਖਾਰੀ ਆ, ਇਹ ਬਚਿੱਤਰ ਨਾਟਕ ਦਾ ਇਸ ਅਧਿਆਏ ਦਾ, ਵੀ ਉਹਨੇ ਮਹਾਕਾਲ ਤੇ ਕਾਲਕਾ ਅਰਾਧੀ ਬਿਲਕੁਲ ਸਾਬਤ ਹੋ ਜਾਂਦਾ ਵੀ ਇਹ ਕਾਲਕਾ ਇੱਥੇ ਲੇਡੀ ਆ, ਫੀਮੇਲ ਵਾਸਤੇ ਸ਼ਬਦ ਆ ਗਿਆ। ਹੁਣ ਇਹ ਕੀ ਕਹਿੰਦੇ ਨੇ, ਮੈਂ ਜੂਨ ਵਾਲਾ ਉਹਨਾਂ ਨੂੰ ਵੀ ਇਹ ਪੁਆਇੰਟ ਥੋੜਾ ਜਿਹਾ ਕਲੀਅਰ ਕਰਨਾ ਚਾਹੁੰਦਾ। ਮੈਨੂੰ ਪਤਾ ਸੀਗਾ ਇਹ ਉਹ ਵਾਲਾ ਐਂਗਲ ਮੈਨੂੰ ਜੂਨ ਵਾਲੇ ਤੋਂ ਹੀ ਉਦੋਂ ਨੇ ਪਤਾ ਲੱਗਿਆ, ਤੇ ਮੈਂ ਉਦੋਂ ਨੇ ਕਲੀਅਰ ਵੀ ਕੀਤਾ, ਹਾਂ ਵੀ ਆਹ ਵਾਲਾ ਐਂਗਲ ਮੈਨੂੰ ਤੁਹਾਡੇ ਕੋਲੋਂ ਹੀ ਪਤਾ ਲੱਗਿਆ, ਜਿਹੜਾ ਅਰਾਧੀ ਵਾਲਾ। ਹੁਣ ਇਹ ਕੀ ਕਹਿੰਦੇ ਨੇ? ਇਹ ਕਹਿੰਦੇ ਨੇ ਵੀ ਮਹਾਕਾਲ ਕਾਲਕਾ ਅਰਾਧੀ, ਮਤਲਬ ਮਹਾਕਾਲ ਨੇ ਕਾਲ ਦਾ ਅਰਾਧੀ ਆ, ਮਹਾਕਾਲ ਯਾਨੀ ਉਹਦਾ ਪੂਜਕ ਆ, ਮਹਾਕਾਲ ਕਾਲਕਾ ਪੂਜਕ। ਹੁਣ ਮੈਨੂੰ ਇਹ ਦੱਸੋ ਵੀ ਇਹ, ਅੱਛਾ ਅੱਗੇ ਕੀ ਆ ਜਾਂਦੀ ਹੈ ਲਾਈਨ, ਇਸ ਵਿਧੀ ਇਹ ਵਿਧੀ ਕਰਤ ਤਪੱਸਿਆ ਪਿਓ, ਇਸ ਤਰ੍ਹਾਂ ਤਪੱਸਿਆ ਕਰਦੇ ਰਹੇ ਅਤੇ ਅੰਤ ਵਿੱਚ ਤਪੱਸਿਆ ਦੇ ਫਲ ਸਰੂਪ ਦਵੈਤ ਤੋਂ ਅਦਵੈਤ ਰੂਪ ਹੋ ਗਏ। ਹੁਣ ਮੇਰਾ ਸਵਾਲ, ਪਹਿਲੀ ਗੱਲ ਤਾਂ ਇਹ ਹੈਗੀ ਆ, ਅਗਰ ਇਹਨੂੰ ਮਹਾਕਾਲ ਕਾਲਕਾ ਪੁਜਾਰੀ ਮੰਨ ਲਈਏ, ਅਰਾਧੀ ਦੀ ਜਗ੍ਹਾ ਪੁਜਾਰੀ ਮੰਨ ਲਈਏ, ਜਿਹੜਾ ਇਹ ਮਤਲਬ ਕੱਢਦੇ ਨੇ ਦਸਮ ਗ੍ਰੰਥੀ ਹੈ, ਤਾਂ ਇਹਦੀ ਕੋਈ ਤੁਕ ਬਣਦੀ ਹੈ ਇਸ ਲਾਈਨ ਦੀ ਆਉਣ ਦੀ ਵਿੱਚ? ਗੱਲ ਚੱਲ ਰਹੀ ਹੈਗੀ ਆ ਇਹਦੇ ਲੇਖਕ ਦੀ, ਕੀ ਇਸ ਅਧਿਆਏ ਦਾ ਜਿਹੜਾ ਲੇਖਕ ਆ ਉਹ ਮਹਾਕਾਲ ਆ? ਇਹ ਜਾਣੀ ਜੇ ਇਹਨਾਂ ਦੇ ਹਿਸਾਬ ਨਾਲ ਮੈਂ ਫਿਰ ਨੋਟ ਧਿਆਨ ਚ ਰੱਖਿਓ ਗੱਲ ਦਿਮਾਗ ਦੇ ਵਿੱਚ, ਵੀ ਅਗਰ ਇਹ ਇਹ ਕਹਿੰਦੇ ਨੇ ਵੀ ਮਹਾਕਾਲ ਨੇ ਕਾਲ ਦਾ ਪੁਜਾਰੀ ਆ, ਮਹਾਕਾਲ ਕਾਲਕਾ ਅਰਾਧੀ ਮੀਨਸ ਪੁਜਾਰੀ, ਉਪਾਸਕ, ਮਹਾਕਾਲ ਕਾਲਕਾ ਉਪਾਸਕ। ਉਹ ਕਿਉਂਕਿ ਸਾਦੀ ਦੇ ਨਾਲ ਅਰਾਧੀ ਆਉਣਾ ਆ।
ਇੱਥੇ ਕਿਹਨੇ ਤਪੱਸਿਆ ਸਾਧੀ? ਟਕਸਾਲੀਆਂ ਦੇ ਹਿਸਾਬ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਤੈ ਹਮ ਅਧਿਕ ਤਪੱਸਿਆ ਸਾਧੀ। ਉਸ ਜਗ੍ਹਾ ਦੇ ਉੱਤੇ ਅਸੀਂ ਬਹੁਤ ਤਪੱਸਿਆ ਸਾਧੀ। ਹੁਣ ਇਹ ਦੱਸਣ, ਅਗਰ ਇਹ ਤਪੱਸਿਆ ਸਾਧਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੇ ਹੇਮਕੁੰਟ ਸਾਹਿਬ ਦੇ ਉੱਤੇ, ਤਾਂ ਉਹਨਾਂ ਨੇ ਕਿਹਦੀ ਤਪੱਸਿਆ ਸਾਧੀ? ਤੇ ਅਗਰ ਇਹਨਾਂ ਦੇ ਹਿਸਾਬ ਨਾਲ ਮੰਨ ਲਈਏ ਵੀ ਮਹਾਕਾਲ ਕਾਲ ਕਾ ਆਰਾਧੀ, ਤੇ ਇਹ ਲਾਈਨ ਦੀ ਕੋਈ ਤੁਕ ਬਣਦੀ ਹੈ ਵੀ, ਯਾਨੀ ਕੋਈ ਰੈਲੇਵੈਂਸ ਹੈ ਇਸ ਲਾਈਨ ਦੀ? ਗੱਲ ਤਾਂ ਹੋ ਰਹੀ ਹੈ ਇਹਦੇ ਲੇਖਕ ਦੀ, ਵੀ ਲੇਖਕ ਨੇ ਪਰਬਤ ਹੇਮਕੁੰਟ ਸਾਹਿਬ ਦੇ ਪਰਬਤ ਦੇ ਉੱਤੇ ਆਰਾਮ ਨਾਲ ਬੈਠਾ ਤਪੱਸਿਆ ਕਰ ਰਿਹਾ ਸੀਗਾ ਤੇ ਮਸਤ ਸੀਗਾ ਹੇਮਕੁੰਟ ਸਾਹਿਬ, ਜਿੱਥੇ 7 ਚੋਟੀਆਂ ਨੇ, ਉਹਦੇ ਵਿਚਕਾਰ ਹੇਮਕੁੰਟ, ਬਰਫ਼ ਦਾ ਘਰ ਕਹਿ ਲਈਏ, ਕੁੰਟ ਆ, ਹਾਂ ਬਰਫ਼ ਦਾ ਘਰ। ਜਿਹੜੀ ਜਗ੍ਹਾ ਤੇ ਜਿਵੇਂ ਪਾਂਡਵਾਂ ਨੇ ਜਿਵੇਂ ਜੋਗ ਕਮਾਇਆ ਸੀ, ਉਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਗ ਕਮਾਇਆ ਟਕਸਾਲੀਆਂ ਦੇ ਹਿਸਾਬ ਨਾਲ ਇੱਥੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਆਟੋਬਾਇਓਗ੍ਰਾਫੀ ਹੈ। ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਯੋਗ ਕਿਹਦਾ ਕੀਤਾ ਉੱਥੇ, ਕਿਹਦੀ ਤਪੱਸਿਆ ਕੀਤੀ, ਇਹ ਦੱਸ ਰਹੇ ਨੇ ਅਸਲ ਦੇ ਵਿੱਚ। ਮਹਾਕਾਲ ਤੇ ਕਾਲਿਕਾ ਦੀ ਆਰਾਧਨਾ ਕੀਤੀ, ਇਹ ਦੱਸ ਰਿਹਾ ਇਹਦਾ ਲੇਖਕ। ਟਕਸਾਲੀਆਂ ਦੇ ਹਿਸਾਬ ਨਾਲ, ਦਸਮ ਗ੍ਰੰਥੀਆਂ ਦੇ ਹਿਸਾਬ ਨਾਲ ਗੁਰੂ ਗੋਬਿੰਦ ਸਿੰਘ ਜੀ, ਤੇ ਸਾਡੇ ਹਿਸਾਬ ਨਾਲ ਕੋਈ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਕੋਈ ਲੇਖਕ ਹੈ ਜਿਹਨੇ ਲਿਖੀ ਹੈ ਮਹਾਕਾਲ ਕਾਲਿਕਾ ਆਰਾਧੀ। ਜਿਹੜਾ ਹੈਗਾ ਆ ਗੁਰਚਰਨ ਸਿੰਘ ਉਹਨਾਂ ਵਾਲਾ ਪੁਆਇੰਟ, ਉਹ ਇਸ ਐਂਗਲ ਤੋਂ ਸਹੀ ਹੈਗਾ ਆ ਵੀ, ਕਿਉਂਕਿ ਮਹਾਕਾਲ ਕਾਲਿਕਾ ਆਰਾਧੀ। ਪਰ ਇਹ ਜਦੋਂ ਕਾਲ ਦੇ ਨਾਲ ਕੱਕਾ ਕੱਟ ਕੇ ਤੇ ਮਹਾਕਾਲ ਕਾਲਿਕਾ ਆਰਾਧੀ ਦੀ ਬਜਾਏ ਆਪਾਂ ਲਾ ਲਈਏ ਉਪਾਸਕ, ਯਾਨੀ ਇਹਨਾਂ ਨੇ ਮਹਾਕਾਲ ਤੋਂ ਕਾਲ ਦੀ ਉਪਾਸਨਾ ਕਰਵਾਈ। ਠੀਕ ਹੈ ਜੀ। ਪਹਿਲੀ ਗੱਲ ਤਾਂ ਕੋਈ ਰੈਲੇਵੈਂਸੀ ਇਹਦੀ ਬਣਦੀ ਨਹੀਂ ਹੈਗੀ ਇੱਥੇ। ਮਹਾਕਾਲ ਕਾਲ ਕਾ ਕਿੱਥੋਂ ਆ ਗਿਆ ਇਹਦੇ ਵਿੱਚ? ਰੈਲੇਵੈਂਸ ਮਹਾਕਾਲ ਕਾਲਿਕਾ ਆਰਾਧੀ ਬਣਦੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਬੈਠ ਕੇ ਹੇਮਕੁੰਟ ਸਾਹਿਬ ਵਾਲੀ, ਜਿੱਥੇ 7 ਪਰਬਤਾਂ ਦੀਆਂ ਚੋਟੀਆਂ ਨੇ, ਉਹਦੇ ਵਿਚਕਾਰ ਹੇਮਕੁੰਟ ਨਾਂ ਦੀ ਜਿਹੜੀ ਬਰਫ਼ ਦਾ ਘਰ ਆ, ਉੱਥੇ ਮਹਾਕਾਲ ਤੇ ਕਾਲਕਾ ਦੀ ਉਹ ਆਰਾਧਨਾ ਕਰ ਰਹੇ ਨੇ। ਠੀਕ ਹੈ ਜੀ। ਤੇ ਇਹ ਅਗਰ ਕਾਲ ਕਾ ਬਣਾ ਲਈਏ ਇਹਨੂੰ, ਤਾਂ ਇਹਦੀ ਰੈਲੇਵੈਂਸ ਮੈਨੂੰ ਦੱਸ ਦਿਓ ਵੀ ਇਹਨਾਂ ਦੇ ਹਿਸਾਬ ਨਾਲ। ਮੈਂ ਦੂਜੇ ਪੁਆਇੰਟ ਤੋਂ ਵੀ ਲੈ ਕੇ ਆਉਣਾ, 2 ਪੁਆਇੰਟਾਂ ਤੋਂ ਫੜੇ ਜਾਂਦੇ ਨੇ। ਪਹਿਲੀ ਗੱਲ ਤਾਂ ਇਹ ਲਾਈਨ ਦੀ ਕੋਈ ਤੁਕੇ ਨਹੀਂ ਬਣਦੀ ਇੱਥੇ, ਕਿਉਂਕਿ ਗੱਲ ਗੁਰੂ ਗੋਬਿੰਦ ਸਿੰਘ ਜੀ ਦੀ ਹੋ ਰਹੀ ਹੈ। ਇਸੇ ਤਰ੍ਹਾਂ ਤਪੱਸਿਆ ਕਰਦੇ ਰਹੇ ਤੇ ਅੰਤ ਵਿੱਚ ਤਪੱਸਿਆ ਦੇ ਫਲ ਸਰੂਪ ਦਵੈਤ ਤੋਂ ਅਦਵੈਤ ਹੋ ਗਏ। ਠੀਕ ਹੈ ਜੀ। ਫਿਰ ਤਾਤ ਮਾਤ ਮੁਰ ਅਲਖ ਅਰਾਧਾ, ਉੱਥੇ ਦੇਖੋ ਨਾ, ਇੱਥੇ ਅਰਾਧਾ ਆਇਆ, ਅਲਖ ਅਰਾਧਾ। ਤਾਤ ਮਾਤ ਮੁਰ ਯਾਨੀ ਮੇਰੇ ਮਾਤਾ ਪਿਤਾ ਨੇ ਪਰਮਾਤਮਾ ਦੀ ਆਰਾਧਨਾ ਕੀਤੀ। ਉਹਨਾਂ ਨੇ, ਮਾਤਾ ਪਿਤਾ ਨੇ ਪਰਮਾਤਮਾ ਨੂੰ ਧਿਆਇਆ, ਆਰਾਧਿਆ, ਉਪਾਸਨਾ ਕੀਤੀ ਅਤੇ ਬਹੁਤ ਤਰ੍ਹਾਂ ਦੀ ਯੋਗ ਸਾਧਨਾ ਕੀਤੀ। ਯੋਗ ਸਾਧਨਾ ਵੀ ਕਰਵਾ ਰਹੇ ਨੇ ਗੁਰੂ ਤੇਗ ਬਹਾਦਰ ਜੀ ਤੋਂ ਤੇ ਮਾਤਾ ਗੁਜਰੀ ਤੋਂ, ਯੋਗ ਸਾਧਨਾ ਗੁਰੂ ਗੋਬਿੰਦ ਸਿੰਘ ਜੀ। ਹੁਣ ਇੱਥੇ ਇਹ ਨਾ ਕਹਿ ਦੇਣ ਵੀ ਇਹ ਵੀ ਮਹਾਕਾਲ ਇਹ ਕੁਝ ਕਹਿ ਰਿਹਾ ਹੈ। ਮਹਾਕਾਲ ਦਾ ਕੋਈ ਮਾਤਾ ਮੂਤਾ ਪਿਤਾ ਨਹੀਂ ਹੈਗਾ, ਨਾ ਉਹ ਪਰਮਾਤਮਾ ਦੀ ਕਰੇ ਉਪਾਸਨਾ। ਯਾਨੀ ਟੋਟਲੀ ਇਲੌਜਿਕ ਇਹਨਾਂ ਦਾ ਹੈਗਾ ਆ ਇਹ ਵੀ ਮਹਾਕਾਲ ਕਾਲ ਕਾ ਆਰਾਧੀ, ਜਿਹੜਾ ਵੀ ਹੋਰ ਤਰੀਕੇ ਨਾਲ ਵੀ ਮਹਾਕਾਲ ਕਾਲ ਕਾ ਉਪਾਸਕ, ਕੋਈ ਤੁਕੇ ਨਹੀਂ ਬਣਦੀ ਇਸ ਲਾਈਨ ਦੀ। ਚਲੋ ਫਾਰ ਦਾ ਟਾਈਮ ਬੀਇੰਗ ਆਪਾਂ ਮੰਨ ਵੀ ਲਈਏ। ਇੱਕ ਮਾਨ ਸਿੰਘ ਝੌਰ ਦੀ ਵੀਡੀਓ ਸ਼ੇਅਰ ਕੀਤੀ ਹੈ ਇਹਨੇ, ਆਪਣੇ ਮਲਕੀਤ ਸਿੰਘ ਯੂਕੇ ਨੇ, ਵੀ ਮਾਨ ਸਿੰਘ ਝੌਰ ਵੀ ਇਹੀ ਕਹਿ ਰਿਹਾ ਆ ਮਹਾਕਾਲ ਜਿਹੜਾ ਕਾਲ ਕਾ ਆ ਉਹਨੂੰ ਅਲੱਗ-ਅਲੱਗ ਕਰਨਾ ਹੈ। ਠੀਕ ਹੈ ਜੀ। ਹੁਣ ਅਗਰ ਚਲੋ ਮੰਨ ਲਿਆ ਵੀ ਮਹਾਕਾਲ, ਪਹਿਲੀ ਗੱਲ ਤਾਂ ਇਹਦੀ ਰੈਲੇਵੈਂਸ ਨਹੀਂ ਹੈਗੀ, ਜਿਹੜਾ ਮੇਰਾ ਪਹਿਲਾ ਪੁਆਇੰਟ ਹੈ, ਕਿਉਂਕਿ ਸਾਰੀ ਗੱਲਬਾਤ ਜਿਹੜੀ ਮੈਂ ਆਪਣੀ ਕਥਾ ਬਖਾਨੋਂ ਤੋਂ ਲੈ ਕੇ ਤੇ ਆਹ ਗੱਲਬਾਤ ਚੱਲ ਰਹੀ ਹੈ ਵੀ ਮੇਰੇ ਮਾਤਾ ਪਿਤਾ ਨੇ ਪਰਮਾਤਮਾ ਦੀ ਆਰਾਧਨਾ ਕੀਤੀ, ਗੁਰੂ ਗੋਬਿੰਦ ਸਿੰਘ ਜੀ ਨੇ ਟਕਸਾਲੀਆਂ ਦੇ ਹਿਸਾਬ ਨਾਲ, ਦਸਮ ਗ੍ਰੰਥੀਆਂ ਦੇ ਹਿਸਾਬ ਨਾਲ ਬਹੁਤ ਤਰ੍ਹਾਂ ਦੀ ਯੋਗ ਸਾਧਨਾ ਕੀਤੀ। ਉਹਨਾਂ ਨੇ ਅਲਖ ਪਰਮਾਤਮਾ ਦੀ ਜੋ ਸੇਵਾ ਕੀਤੀ, ਤਿੰਨ ਕੋ ਕਰੀ ਅਲਖ ਕੀ ਸੇਵਾ। ਤਿੰਨ ਕੋ ਮੀਨਸ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ ਨੇ ਪਰਮਾਤਮਾ ਦੀ ਬਹੁਤ ਸੇਵਾ ਕੀਤੀ। ਉਸ ਕਰਕੇ ਗੁਰਦੇਵ ਪ੍ਰਭੂ ਪ੍ਰਸੰਨ ਹੋਏ। ਉਸ ਪ੍ਰਭੂ ਨੇ ਮੈਨੂੰ ਆਗਿਆ ਦਿੱਤੀ, ਤੁਸੀਂ ਕਲਯੁਗ ਵਿੱਚ ਜਨਮ ਲਿਆ। ਲਓ ਜੀ, ਯਾਨੀ ਇਹਨਾਂ ਨੇ ਪਰਮਾਤਮਾ ਦੀ ਜਿਹੜੀ ਆਰਾਧਨਾ ਕਰਵਾਈ, ਗੁਰੂ ਗੋਬਿੰਦ ਯੋਗ ਸਾਧਨਾ ਕਰਵਾਈ, ਪਰਮਾਤਮਾ ਦਾ ਮਤਲਬ ਕਿ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਯੋਗ ਸਾਧਨਾ, ਯੋਗ ਦੇਖਣਾ ਹੈ, ਯੋਗ ਸਾਧਨਾ ਸਾਧਾ। ਮੇਰੇ ਮਾਤਾ ਪਿਤਾ ਨੇ ਪਰਮਾਤਮਾ ਦੀ ਆਰਾਧਨਾ ਕੀਤੀ, ਬਹੁ ਵਿਧੀ ਯੋਗ ਸਾਧਨਾ ਸਾਧਾ। ਬਹੁ ਵਿਧੀ ਯੋਗ ਸਾਧਨਾ ਯਾਨੀ ਬੜੀਆਂ ਵਿਧੀਆਂ ਹੋਣਗੀਆਂ ਉਹਦੀਆਂ, ਤੇ ਯੋਗ ਸਾਧਨਾ ਦੀਆਂ ਉਹ ਕੀਤੀਆਂ। ਤੇ ਪਰਮਾਤਮਾ ਦੀ ਜਦੋਂ ਯੋਗ ਸਾਧਨਾ ਕੀਤੀ ਤੇ ਉਹਦੇ ਨਾਲ ਪਰਮਾਤਮਾ ਪ੍ਰਸੰਨ ਹੋ ਗਏ, ਤੇ ਉਸ ਪ੍ਰਭੂ ਨੇ ਮੈਨੂੰ ਆਗਿਆ ਦਿੱਤੀ ਬਈ ਤੁਸੀਂ ਜਾ ਕੇ ਜਨਮ ਲਓ ਕਲਯੁਗ ਦੇ ਵਿੱਚ। ਠੀਕ ਹੈ ਜੀ। ਯਾਨੀ ਸਾਰੀ ਇਹ ਜਿਹੜੀ ਗੱਲਬਾਤ ਹੋ ਰਹੀ ਆ, ਉਹ ਜਿਹੜਾ ਪ੍ਰੋਟੈਗਨਿਸਟ ਆ, ਜਿਹੜਾ ਇਹਦਾ ਲੇਖਕ ਆ, ਉਹਦੇ ਆਲੇ ਦੁਆਲੇ ਹੋ ਰਹੀ ਆ। ਤੇ ਮਹਾਕਾਲ ਕਾਲਿਕਾ ਆਰਾਧੀ ਤਾਂ ਆਡ ਵਨ ਆਊਟ ਹੋ ਗਿਆ ਇੱਥੇ, ਆਪਣੇ ਜਤਿੰਦਰ ਸਿੰਘ ਖਾਲਸਾ ਜੀ ਤੇ ਦੂਜੇ ਆਪਣੇ ਭਾਈ ਸਾਹਿਬ ਮਲਕੀਤ ਸਿੰਘ ਜੀ। ਮਹਾਕਾਲ ਕਾਲਿਕਾ ਤਾਂ ਕਦੇ ਜ਼ਿਕਰ ਹੀ ਨਾ ਅੱਗੇ ਨਾ ਪਿੱਛੇ।
ਦੂਜਾ ਤੁਹਾਡੇ ਗ੍ਰੰਥ ਦੇ ਵਿੱਚ ਜਿਹੜਾ ਕਾਲ ਦੇ ਨਾਲ ਕੱਕਾ ਤੁਸੀਂ ਕਹਿੰਦੇ ਹੋ ਅਲੱਗ ਲਿਖੋ, ਗ੍ਰੰਥ ਵਿਖਾਓ ਤੁਸੀਂ ਜਿੱਥੇ ਇਹ ਇਕੱਠਾ ਲਿਖਿਆ ਹੋਇਆ ਕਿ ਜਿਹੜਾ ਓਰੀਜਨਲ ਗ੍ਰੰਥ ਨੇ ਵੀ ਉਹ ਚ ਇਕੱਠਾ ਲਿਖਿਆ ਹੋਇਆ ਕਿ ਅਲੱਗ-ਅਲੱਗ ਕਰਕੇ ਲਿਖਿਆ ਹੋਇਆ। ਅਗਰ ਤਾਂ ਇਕੱਠਾ ਲਿਖਿਆ ਹੋਇਆ ਫਿਰ ਤਾਂ ਕਾਲਕਾ ਬਣਦੀ ਹੈ ਕਾਲੀ ਦੇਵੀ, ਤੇ ਅਰਾਧੀ ਦਾ ਮਤਲਬ ਜਿਹੜਾ ਇਹ ਫੀਮੇਲ ਸਾਬਿਤ ਕਰ ਦਿੰਦੀ ਹੈ, ਮਹਾਕਾਲ ਕਾਲਕਾ ਅਰਾਧੀ। ਅਗਰ ਆਪਾਂ ਉਲਟ ਲਾ ਕੇ ਦੇਖੀਏ, ਅਗਰ ਅਰਾਧੀ ਨੂੰ ਆਪਾਂ ਚੇਂਜ ਕਰਨਾ ਹੋਵੇ, ਅਗਰ ਕਾਲਕਾ ਮਹਾਕਾਲ ਅਰਾਧਿਆ ਆਉਣਾ ਸੀਗਾ, ਪਰ ਕਿਉਂਕਿ ਉੱਥੇ ਸਾਧੀ ਆ, ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲਕਾ ਅਰਾਧੀ, ਕਿ ਹਮਨੇ ਉੱਥੇ ਤਪੱਸਿਆ ਕੀਤੀ ਹੈ। ਇਹ ਦੱਸ ਦੇਣ ਵੀ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਇਹ ਤਪੱਸਿਆ ਕਰ ਰਹੇ ਨੇ, ਸਾਡੇ ਹਿਸਾਬ ਨਾਲ ਤਾਂ ਮਹਾਕਾਲ ਕਾਲਕਾ ਦੀ ਕਰ ਰਹੇ ਨੇ ਤਪੱਸਿਆ, ਪਰ ਜੇ ਇਹਦਾ ਮਤਲਬ ਇਹ ਹੋ ਰਿਹਾ ਵੀ ਮਹਾਕਾਲ ਕਾਲਕਾ ਦਾ ਅਰਾਧੀ ਆ, ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਕਿਹਦੀ ਤਪੱਸਿਆ ਕਰ ਰਹੇ ਨੇ? ਗੁਰੂ ਗੋਬਿੰਦ ਸਿੰਘ ਜੀ ਦੇ ਫਾਦਰ ਸਾਹਿਬ ਦੀ ਇਹਨਾਂ ਨੇ ਤਪੱਸਿਆ ਦੱਸਤੀ ਕਿਹਦੀ ਕਰ ਰਹੇ ਨੇ? ਅਲਖ ਦੀ ਤਪੱਸਿਆ ਕਰ ਰਹੇ ਨੇ, ਨਿਰੰਜਨ ਪ੍ਰਭੂ ਦੀ, ਪਰਮਾਤਮਾ ਦੀ ਉਹ ਤਪੱਸਿਆ ਕਰ ਰਹੇ ਨੇ। ਤੇ ਗੁਰੂ ਗੋਬਿੰਦ ਸਿੰਘ ਜੀ ਕਿਹਦੀ ਤਪੱਸਿਆ ਕਰ ਰਹੇ ਨੇ? ਸੌਰੀ ਟੂ ਸੇ ਗੁਰੂ ਗੋਬਿੰਦ ਸਿੰਘ ਜੀ, ਮੈਂ ਟਕਸਾਲੀਆਂ ਦੇ ਵਜ੍ਹਾ ਕਰਕੇ ਕਹਿ ਰਿਹਾ ਵੀ ਇਹ ਮੰਨਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤਪੱਸਿਆ ਕੀਤੀ। ਉਹਨਾਂ ਨੇ ਆਪਣੇ ਫਾਦਰ ਦੀ ਦੱਸਤੀ ਵੀ ਉਹ ਅਲਖ ਦੀ ਤਪੱਸਿਆ ਕਰ ਰਹੇ ਨੇ, ਪਰ ਆਪਣੀ ਕਿਉਂ ਨਹੀਂ ਦੱਸੀ ਉਹਨਾਂ ਨੇ? ਉਹ ਕਿਹਦੀ ਤਪੱਸਿਆ ਕਰ ਰਹੇ ਨੇ? ਗੁਰੂ ਗੋਬਿੰਦ ਸਿੰਘ ਜੀ। ਤੇ ਉਹ ਕਲੀਅਰ ਕੱਟਿਆ ਮਹਾਕਾਲ ਕਾਲਕਾ ਦੀ ਤਪੱਸਿਆ ਕਰ ਰਹੇ। ਮਹਾਕਾਲ ਕਾਲਕਾ ਅਰਾਧੀ ਜਾਂ ਰਿਵਰਸ ਆਉਣਾ ਸੀਗਾ, ਅਗਰ ਕਾਲਕਾ ਪਹਿਲਾਂ ਆ ਜਾਂਦੀ, ਕਾਲਕਾ ਮਹਾਕਾਲ ਅਰਾਧਿਆ ਆਉਣਾ ਸੀਗਾ, ਜਿਹੜਾ ਆਪਣੇ ਇਹਨਾਂ ਦਾ ਪੁਆਇੰਟ ਹੈਗਾ ਆ ਅਰਾਧੀ ਤੇ ਅਰਾਧਿਆ, ਕਿਉਂਕਿ ਅਰਾਧੀ ਨੇ ਤੈਅ ਕਰਨਾ ਵੀ ਕਾਲਕਾ ਇਜ਼ ਅ ਫੀਮੇਲ ਔਰ ਮੇਲ। ਠੀਕ ਹੈ ਜੀ, ਇੱਕ ਮੈਨੂੰ ਹੋਪਫੁਲੀ ਆਈ ਮੇਡ ਮਾਈ ਪੁਆਇੰਟ ਕਲੀਅਰ। ਦੂਸਰਾ ਪੁਆਇੰਟ, ਹੁਣ ਇਹਨਾਂ ਦੀ ਲੈਂਗੁਏਜ ਆ ਗਈ ਹੈ ਕਿ ਮਹਾਕਾਲ ਕਾਲਕਾ ਅਰਾਧੀ, ਵੀ ਮਹਾਕਾਲ ਆ ਜਿਹੜਾ ਉਹਨੇ ਕਾਲ ਦੀ ਆਰਾਧਨਾ ਕੀਤੀ। ਠੀਕ ਹੈ ਜੀ, ਯਾਨੀ ਮਹਾਕਾਲ ਮੈਂ ਆਰਾਧਨਾ ਕਰੂੰਗਾ ਜਿਹਦੀ, ਮੈਂ ਉਹਦੇ ਅਧੀਨ ਹੋਊਂਗਾ, ਉਹਦੇ ਥੱਲੇ ਹੋਊਂਗਾ, ਤਾਂ ਹੀ ਮੈਂ ਉਹਦਾ ਉਪਾਸਕ ਹਾਂ, ਤਾਂ ਹੀ ਮੈਂ ਉਹਨੂੰ ਮੰਨ ਰਿਹਾ। ਪਰ ਜਿਹੜਾ ਮੇਰਾ ਸੈਕੰਡ ਪੁਆਇੰਟ ਹੈ ਵੀ ਇਹ ਬਿਲਕੁਲ ਮਿਸ ਇੰਟਰਪ੍ਰੀਟੇਸ਼ਨ ਕਰ ਰਹੇ ਨੇ। ਜਿਹੜੇ ਓਰੀਜਨਲ ਤੁਹਾਡੇ ਗ੍ਰੰਥ ਨੇ, ਆਹ ਪਤਾ ਨਹੀਂ ਕਿੰਨੀਆਂ ਕਬੀੜਾਂ ਦੱਸਦੇ ਨੇ ਦਸਮ ਗ੍ਰੰਥ ਦੀਆਂ, ਉਹਦੇ ਵਿੱਚ ਕੀ ਇਹ ਵਨ ਵਰਡ ਆ ਕਿ ਕੀ ਕਾਲ ਕਾ ਅਲੱਗ-ਅਲੱਗ ਸ਼ਬਦ ਆ? ਪਹਿਲੀ ਗੱਲ, ਇੱਥੇ ਤਾਂ ਇਕੱਠਾ ਲਿਖਿਆ ਹੋਇਆ ਨੇ, ਉਹਦਾ ਤਰਜਮਾ ਜੋ ਮਰਜ਼ੀ ਹੋਵੇ, ਕਿਉਂਕਿ ਤਰਜਮੇ 'ਚ ਮੈਨੂੰ ਇੱਥੇ ਵੀ ਗੜਬੜ ਲੱਗ ਰਹੀ ਆ। ਤਹ ਹਮ ਅਧਿਕ ਆਹਾ, ਜਿੱਥੇ ਪਾਂਡੂ ਰਾਜ ਜਹ ਜੋਗ ਕਮਾਵਾ, ਜਹ ਸ਼ਬਦ ਦਾ ਮਤਲਬ ਇੱਥੇ ਇਹਦੀ ਇੰਟਰਪ੍ਰੀਟੇਸ਼ਨ 'ਚ ਨਹੀਂ ਆਇਆ ਹੋਇਆ ਵੀ ਪਾਂਡੂ ਰਾਜ ਵਾਂਗ ਜਿਵੇਂ ਉਹਨਾਂ ਨੇ ਜੋਗ ਕਮਾਇਆ ਸੀਗਾ ਐ ਸੀਗਾ, ਤੇ ਮੈਂ ਵੀ ਉੱਥੇ ਇਹੋ ਜਿਹਾ ਜੋਗ ਕਮਾ ਰਿਹਾ। ਠੀਕ ਹੈ ਜੀ, ਪਰ ਇਹ ਤਾਂ ਸ਼ਬਦ ਆ ਨਾ, ਜਿਹੜਾ ਸ਼ਬਦ ਆ ਇਹਦੇ ਵਿੱਚ ਤਾਂ ਗੜਬੜ ਨਹੀਂ ਨਾ ਹੋ ਸਕਦੀ। ਸ਼ਬਦ ਨੂੰ ਤਾਂ ਐਜ਼ ਇਟ ਲਿਖਿਆ ਜਿਵੇਂ ਉੱਥੇ ਦਰਜ ਹੋਊਗਾ, ਉਹ ਵਨ ਵਰਡ ਲਿਖਿਆ ਹੋਇਆ। ਫਿਰ ਮੈਂ 2 ਪੁਆਇੰਟ ਹੋਰ ਕਲੀਅਰ ਕਰਨੇ ਨੇ ਹੁਣ ਇੱਥੇ ਇਹਦੇ ਨਾਲ ਜੋੜ ਕੇ, ਕਿਉਂਕਿ ਇਹਨਾਂ ਦੇ ਨਾਲ ਹੁਣ ਪੂਰਾ ਆਲ ਆਊਟ ਆਪਣੀ ਫਾਈਟ ਹੈ ਜੀ, ਵਿਚਾਰਧਾਰਕ ਫਾਈਟ। ਠੀਕ ਹੈ, ਤੇ ਇਹ ਆਲ ਆਊਟ ਹੀ ਲੜੀ ਜਾਣੀ ਹੈ ਜੀ। ਹੁਣ ਜਿਵੇਂ ਨੇਕੀ ਨੂੰ ਨਹੀਂ ਮੈਂ ਛੱਡਦਾ ਹੈਗਾ, ਉਵੇਂ ਮੈਂ ਦਸਮ ਗ੍ਰੰਥ ਨੂੰ ਮੈਂ ਪੂਰਾ ਯਾਨੀ ਸਟੱਡੀ ਕਰ ਰਿਹਾ ਜੀ, ਉਹਦੀ ਮੈਂ ਪੂਰੀ ਨਹੀਂ ਆ ਮੈਨੂੰ ਕਿਸੇ ਨੇ ਨਹੀਂ। ਅੱਛਾ, ਇੱਕ ਦਾ ਮਲਕੀਤ ਸਿੰਘ ਦਾ ਇੰਨਾ ਯਾਨੀ ਕਿ ਬੇਵਕੂਫੀ, ਮੇਰੇ ਤੇ ਫਿਰ ਐਲੀਗੇਸ਼ਨ ਲਾ ਰਿਹਾ ਵੀ ਮੈਂ ਤੋਤਾ ਆ ਆਪਣੇ ਸਰਦਾਰ ਜੀਵਨ ਵਾਲਾ ਦਾ, ਉਹਨਾਂ ਦੇ ਸਵਾਲ ਮੈਂ ਆਪਣੇ ਵੱਲੋਂ ਬਣਾ ਕੇ ਪਾ ਰਿਹਾ ਹਾਂ। ਉਹ ਭਾਊ ਮੈਂ ਆਪ ਸਟੱਡੀ ਕਰ ਰਿਹਾ ਹਾਂ, ਜਿੱਥੇ ਮੈਨੂੰ ਨਹੀਂ ਲੋੜ ਹੁੰਦੀ ਮੈਂ ਉਹਨਾਂ ਨੂੰ ਸਿੱਧਾ ਲੈ ਆਉਣਾ ਨਾਲ, ਜਿੱਥੇ ਮੈਨੂੰ ਨਹੀਂ ਸੋਝੀ ਹੁੰਦੀ। ਠੀਕ ਆ, ਮੈਂ ਉਹਨਾਂ ਨੂੰ ਸਿੱਧਾ ਨਾਲ ਲਾਈਵ ਪ੍ਰੋਗਰਾਮ, ਆਪਣਾ ਰਿਕਾਰਡਿੰਗ ਲਾਈਵ 'ਚ ਨਹੀਂ ਆਉਂਦੇ, ਚਲੋ ਬਹੁਤ ਘੱਟ ਆਉਂਦੇ ਨੇ ਉਹ, ਪਰ ਲਾਈਵ ਮੈਂ ਕਰਕੇ ਉਹਨੂੰ ਰਿਕਾਰਡਿੰਗ ਕਰਕੇ ਤੇ ਪਾ ਦਈਦੀ ਹੈ ਜਿੱਥੇ ਮੈਨੂੰ ਲੋੜ ਪੈਂਦੀ ਹੈ ਉਹਨਾਂ ਦੀ। ਤੇ ਆਹ ਯਾਨੀ ਮੇਰੀ ਆਪਣੀ ਸਟੱਡੀ ਕਹਿ ਰਹੀ ਹੈ ਵੀ ਜਿਹੜਾ ਜੈ ਸ਼ਬਦ ਦਾ ਮਤਲਬ ਆ ਇਹਨੂੰ ਇੰਟਰਪ੍ਰੈਟ ਨਹੀਂ ਕੀਤਾ ਗਿਆ ਮਤਲਬ ਦੇ ਵਿੱਚ। ਇਹਦਾ ਮਤਲਬ ਇਹ ਹੈ ਜੋ ਮੈਂ ਹੁਣ ਤੁਹਾਨੂੰ ਕਲੀਅਰ ਕੀਤਾ ਆ। ਹੁਣ ਪੁਆਇੰਟ ਤੇ ਆ ਜੇ ਵੀ ਮਹਾਕਾਲ ਕਾਲਕਾ ਅਰਾਧੀ। ਠੀਕ ਹੈ ਜੀ, ਅਲੱਗ-ਅਲੱਗ ਕਰ ਲਿਆ ਵੀ ਮਹਾਕਾਲ ਨੇ ਕਾਲ ਦਾ ਅਰਾਧੀ ਆ, ਕਾਲ ਦਾ ਉਪਾਸਕ ਆ, ਜਿਹੜਾ ਕਿ ਮਾਨ ਸਿੰਘ ਝੌਰ ਵੀ ਕਹਿ ਰਿਹਾ ਆ। ਮੈਂ ਚਲਾ ਦਿੰਦਾ, ਮੈਨੂੰ ਨਹੀਂ ਪਤਾ ਕੌਣ ਹੈ ਜੀ ਮਾਨ ਸਿੰਘ ਝੌਰ। ਇਹਨੇ ਵੀਡੀਓ ਬਣਾਈ ਸੀਗੀ ਮਲਕੀਤ ਸਿੰਘ ਯੂਕੇ ਨੇ, ਤੇ ਇਹਨੇ ਮੈਨੂੰ ਕਿਸੇ ਸੱਜਣ ਨੇ ਭੇਜੀ ਤੇ ਮੈਂ ਵੇਖੀ, ਮੈਂ ਸੁਣੀ ਸਾਰੀ 20 ਮਿੰਟ ਦੀ ਆ। ਹੁਣ ਮੈਂ ਲੈ ਕੇ ਆਵਾਂ ਜੀ ਆਪਣਾ ਜਿਹੜਾ ਪੁਆਇੰਟ ਆ ਨੈਕਸਟ, ਉਹ ਹੈਗਾ, ਇਹਨੂੰ ਆਪਾਂ ਕਰ ਦਈਏ ਸਾਈਡ ਤੇ ਕਰ ਦਈਏ। ਚਲੋ ਜੀ, ਮੈਂ ਲੈ ਕੇ ਆਉਣਾ ਹੈਗਾ ਆ ਜਾ ਭਾਈ, पेज नंबर 93। ओके, इत्थे चलिए जी। नहीं इत्थे नहीं जाना, कित्थे जाना भैया, दारू बजदे ने। ओके, 118 नंबर पन्ना आ गया। 2688 नंबर पन्ना जी दसम ग्रंथ का, तो यह चरित्रोपाख्यान है जिहड़ा, ਉਹਦਾ
ਚੌਥਾ ਚਰਿੱਤਰ ਹੈ ਜੀ, ਇਫ ਆਈ ਐਮ ਨਾਟ ਰੋਂਗ, ਹੈਗਾ ਉਹ ਚਰਿੱਤਰ ਉਪਖਿਆਨ ਦੇ ਵਿੱਚੋਂ ਚਰਿੱਤਰ 403 ਕਿ 4 ਵਾਲੀ ਲਾਸਟ ਵਾਲਾ ਹੈਗਾ ਜੀ ਇਹ। ਤੇ ਇਹ ਤੋਂ ਬਾਅਦ ਬੇਨਤੀ ਚੌਪਈ ਹੈ ਜੀ। ਚੌਪਈ ਦਾ ਵੀ ਅਧਿਐਨ ਹੋ ਰਿਹਾ ਜੀ, ਨੈਕਸਟ ਅਧਿਐਨ ਹੋ ਰਿਹਾ ਹੈ ਇਹਦਾ ਚੰਡੀ ਚਰਿੱਤਰ ਦਾ, ਤੇ ਉਹ ਤੋਂ ਬਾਅਦ ਚੌਪਈ ਹੈ ਜੀ। ਠੀਕ ਹੈ ਜੀ। ਇੱਥੇ ਕੀ ਕਹਿੰਦੇ ਨੇ, ਜਿਹੜਾ ਮੇਰਾ ਪੁਆਇੰਟ ਹੈ ਇੱਥੇ, ਇਹਦੇ 'ਚ ਕੋਈ ਐਡੀ ਖਾਸ ਗੱਲ ਨਹੀਂ, ਤੁਸੀਂ ਪੜ੍ਹ ਲਿਓ ਜੀ। ਦੇਵੀ ਦੇਵਤਿਆਂ ਦੀਆਂ ਜਿਤਨੇ ਵੀ ਭਾਰੀ ਭੁਜਾਵਾਂ ਵਾਲੇ ਦੈਂਤ ਉੱਥੇ ਟੁੱਕੇ, ਉਤਨਿਆਂ ਦਾ ਲਹੂ ਧਰਤੀ ਉੱਤੇ ਡਿੱਗਿਆ, ਉਤਨਿਆਂ ਦਾ ਹੀ ਲਹੂ ਉੱਤੇ ਡਿੱਗਿਆ, ਅਤੇ ਉਹਨਾਂ ਵਿੱਚੋਂ ਅਨੇਕ ਮਹਾਨ ਵੱਡੇ ਆਕਾਰ ਵਾਲੇ ਯੋਧੇ ਉੱਠ ਖੜੋਤੇ। ਚੌਪਈ, ਉਹਨਾਂ ਦੀ ਜੋ ਮਿੱਝ ਧਰਤੀ ਉੱਤੇ ਪਈ, ਉਸ ਵਿੱਚੋਂ ਬੇਸ਼ੁਮਾਰ ਦੈਂਤਾਂ ਨੇ ਸਰੀਰ ਧਾਰਨ ਕੀਤੇ। ਮਿੱਝ ਦਾ ਮਤਲਬ ਤੁਹਾਡੀ ਚਰਬੀ, ਆ ਜਿਹੜਾ ਆਪਣਾ ਕੀ ਇਹਦਾ ਨਾਂ ਆ, ਗਿਆਨੀ ਹਰਪ੍ਰੀਤ ਸਿੰਘ, ਇਹ ਵੀ ਪੱਕਾ ਟਕਸਾਲੀ ਹੈ ਜੀ, ਦਸਮ ਗ੍ਰੰਥੀ ਆ ਪੱਕਾ। ਇਹਦੀ ਚੰਗੀ ਰੈਪੂਟੇਸ਼ਨ ਬਣ ਗਈ ਸੀ, ਪਰ ਆਹ ਵਾਲੀ ਗੱਲ ਕਰਕੇ ਨਾ ਇਹਨੇ ਜਾਣੀ ਸਤਿਆਨਾਸ਼ ਮਾਰਤਾ ਆਪਣੀ ਦਸਤ ਅਸਲ ਦੇ ਵਿੱਚ। ਚੰਗੀ ਗੱਲ ਹੈ, ਤੇਰਾ ਪਤਾ ਲੱਗ ਗਿਆ, ਤੂੰ ਵੀ ਦਸਮ ਗ੍ਰੰਥੀ ਹੀ ਹੈ। ਮਿੱਝ ਧਰਤੀ ਤੇ ਪਈ, ਉਸ ਵਿੱਚੋਂ ਬੇਸ਼ੁਮਾਰ ਦੈਂਤਾਂ ਨੇ ਸਰੀਰ ਧਾਰਨ ਕਰ ਲਿਆ। ਉਹਨਾਂ ਦਾ ਜੋ ਲਹੂ ਧਰਤੀ ਤੇ ਡਿੱਗਦਾ, ਉਹ ਰੱਥੀ ਰਥਾਂ ਵਾਲੇ, ਗਜੀ ਹਾਥੀਆਂ ਵਾਲੇ, ਬਾਜੀ ਘੋੜੀਆਂ ਵਾਲੇ ਹੋ ਜਾਂਦੇ। ਜਦ ਵੈਰੀ ਪ੍ਰਾਣ ਤਿਆਗ ਵੇਲੇ ਸਵਾਸ ਛੱਡਦੇ, ਤਾਂ ਉਹਨਾਂ ਵਿੱਚੋਂ ਅਨੇਕਾਂ ਦੈਂਤ ਪੈਦਾ ਹੋ ਭੱਜ ਪੈਂਦੇ ਸਨ। ਕਿਤਨੇ ਦੈਂਤ ਭੂਮੀ ਉੱਤੇ ਮੂੰਹ ਚੋਂ ਲਾਲਾਂ ਡਿਗਾਉਂਦੇ ਸਨ। ਇਹ ਯਾਰ ਕੋਈ ਗ੍ਰੰਥ ਹੈ, ਮੈਨੂੰ ਦੱਸੋ। ਇਹ ਗੁਰੂ ਗੋਬਿੰਦ ਸਿੰਘ ਜੀ ਇਹ ਬਕੜਵਾ ਲਿਖਣ ਵਾਸਤੇ ਵਿਹਲੇ ਬੈਠੇ ਸੀਗੇ? ਕੋਈ ਯਾਰ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਮੇਰਾ ਵੀਰ, ਕਿੱਥੇ ਤੁਸੀਂ ਲਿਆ ਕੇ ਜਾਣੀ ਸੁੱਟਤਾ ਸਿੱਖ ਸਿਧਾਂਤਾਂ ਨੂੰ। ਠੀਕ ਹੈ ਜੀ। ਆ ਮੈਂ ਦੇਖਾਂ 2688 ਦਾ ਦੂਸਰਾ, 2 ਹਿੱਸਿਆਂ 'ਚ ਹੈ ਜੀ। ਮੈਂ ਪੂਰਾ ਸਕਰੀਨਸ਼ਾਟ ਮੈਨੂੰ ਲੈਣਾ ਔਖਾ ਆ, ਇਸ ਕਰਕੇ ਮੈਂ 2 ਹਿੱਸਿਆਂ 'ਚ। 2688 ਦਾ ਦੂਜਾ ਭਾਗ ਹੈ। ਉਹਨਾਂ ਵਿੱਚੋਂ ਜੋ ਦੈਂਤ ਸਵਾਸ ਛੱਡਦੇ ਹਨ, ਉਹਨਾਂ ਤੋਂ ਹੋਰ ਦੈਂਤ ਪੈਦਾ ਹੋਈ ਜਾਂਦੇ ਨੇ। ਦੱਸ, ਜਿਹੜਾ ਸਾਹ ਵੀ ਛੱਡਿਆ ਦੈਂਤ ਨੇ, ਤੇ ਉਹਦੇ ਵਿੱਚੋਂ ਵੀ ਦੈਂਤ ਪੈਦਾ ਹੋ ਗਿਆ। ਪਹਿਲਾਂ ਕੀ ਦਿਖਾਇਆ ਸੀ ਇਹਨੇ, ਜਿਹੜਾ ਖੂਨ ਡੁੱਲਦਾ ਆ ਉਹਦੇ ਚੋਂ ਦੈਂਤ ਪੈਦਾ ਹੁੰਦੇ ਨੇ ਹੋਰ। ਹਾਂ, ਜਦੋਂ ਵੈਰੀ ਪ੍ਰਾਣ ਤਿਆਗਦੇ ਨੇ ਵੇਲੇ ਸਵਾਸ ਛੱਡਦੇ ਨੇ, ਉਹਨਾਂ ਵਿੱਚੋਂ ਅਨੇਕਾਂ ਦੈਂਤ ਪੈਦਾ ਹੋ ਭੱਜ ਪੈਂਦੇ ਹਨ। ਕਿਤਨੇ ਦੈਂਤ ਭੂਮੀ ਉੱਤੇ ਮੂੰਹਾਂ ਵਿੱਚੋਂ ਲਾਲਾ ਡਿਗਾਉਂਦੇ ਹਨ। ਜਿਹੜੀ ਪਹਿਲਾਂ ਦੇਖੋ ਮਿੱਝ ਤੇ ਜਿਹੜੀ ਜਦੋਂ ਧਰਤੀ ਦੇ ਉੱਤੇ ਉਹਨਾਂ ਦੀ ਮਿੱਝ ਡਿੱਗੀ, ਫੈਟ ਡਿੱਗੀ, ਸਰੀਰ ਦੀ ਚਰਬੀ, ਉਹਨਾਂ ਚੋਂ ਬੇਸ਼ੁਮਾਰ ਦੈਂਤਾਂ ਨੇ ਸਰੀਰ ਧਾਰਨ ਕਰ ਲਿਆ ਮਿੱਝ ਤੋਂ। ਹੁਣ ਉਹ ਜਦੋਂ ਜਿਹੜੇ ਦੈਂਤ ਨੇ, ਜਦੋਂ ਵੈਰੀ ਪ੍ਰਾਣ ਤਿਆਗਣ ਵੇਲੇ ਸਵਾਸ ਛੱਡਦੇ ਨੇ ਵੈਰੀ, ਤਾਂ ਉਹਨਾਂ ਤੋਂ ਵੀ ਦੈਂਤ ਪੈਦਾ ਹੋ ਭੱਜ ਪੈਂਦੇ ਨੇ। ਕਿਤਨੇ ਦੈਂਤ ਭੂਮੀ ਉੱਤੇ ਮੂੰਹਾਂ ਵਿੱਚੋਂ ਲਾਲਾਂ ਡਿਗਾਉਂਦੇ ਹਨ, ਕਿਤੇ ਲਾਲਾਂ ਚੋਂ ਵੀ ਨਾ ਦੈਂਤ ਪੈਦਾ ਕਰ ਦੇਣ ਅੱਗੇ। ਠੀਕ ਹੈ ਜੀ। ਅੱਗੇ ਉਹਨਾਂ ਵਿੱਚੋਂ ਜੋ ਦੈਂਤ ਸਵਾਸ ਛੱਡਦੇ ਨੇ, ਤੇ ਉਹ ਵੀ ਹੋਰ ਦੈਂਤ ਪੈਦਾ ਕਰੀ ਜਾਂਦੇ ਨੇ। ਕਿਤਨੇ ਦੈਂਤ ਕਿਤਕ ਮਰਤ ਕੈ ਤੁਰਨ ਸੰਘਾਰੇ, ਕਿਤਨੇ ਦੈਂਤ ਇਸਤਰੀ ਬਾਲਾ ਦੇ ਮਾਰਨ ਨਾਲ ਮਾਰੇ ਗਏ। ਇਸਤਰੀ ਬਾਲਾ ਆ ਜਾਂਦੀ ਹੈ ਅੱਗੇ, ਕੌਣ ਹੈ ਜੀ ਇਸਤਰੀ ਬਾਲਾ? ਕਿੰਨੇ ਹੀ ਦੈਂਤ ਨੇ ਜਿਹਨੂੰ ਕਿ ਇਸਤਰੀ ਬਾਲਾ ਨੇ ਮਾਰਿਆ ਆ। ਹਰ ਪਾਸੇ ਦੈਂਤ ਹੀ ਦੈਂਤ, ਦੈਂਤ ਹੀ ਦੈਂਤ ਦਿਸਣਾ ਹੀ ਨੇ ਵੀ। ਜਦੋਂ ਸਾਹ ਛੱਡਣ ਦੇ ਨਾਲ ਦੈਂਤ ਪੈਦਾ ਹੋ ਜਾਂਦਾ ਹੈ, ਮਿੱਝ ਡਿੱਗਦੀ ਆ ਦੈਂਤਾਂ ਦੀ, ਤੇ ਉਹਦੇ ਤੋਂ ਵੀ ਦੈਂਤ ਪੈਦਾ ਹੋ ਜਾਂਦੇ ਨੇ। ਇਸਤਰੀ ਜਿਹੜੀ ਬਾਲਾ ਜਿੰਨੇ ਮਰਜ਼ੀ ਮਾਰੀ ਜਾਵੇ, ਉਹ ਪੈਦਾ ਹੀ ਹੋਈ ਜਾਂਦੇ ਨੇ। ਉਹ ਮਰਨ ਵੇਲੇ ਜਿਹੜੇ ਸਵਾਸ ਛੱਡਦੇ ਨੇ, ਉਹਦੇ ਨਾਲ ਵੀ ਦੈਂਤ ਪੈਦਾ ਹੋਈ ਜਾਂਦੇ ਨੇ। ਵਿਚਾਰੀ ਇਸਤਰੀ ਬਾਲਾ ਕਰੇ ਕੀ? ਆਪਾਂ ਅੱਗੇ ਦੇਖਦੇ ਹਾਂ ਇਸਤਰੀ ਬਾਲਾ ਹੈ ਕੌਣ। ਚਿਤਮੇ ਕੀਆ ਕਾਲਕਾ ਯਜਨਾ, ਇਹ ਇਸਤਰੀ ਬਾਲਾ ਆ ਇਹ। ਚਿਤਮੇ ਕੀਆ ਕਾਲਕਾ ਯਜਨਾ, ਇੱਥੇ ਵੀ ਕਾਲਕਾ ਵਨ ਵਰਡ ਆ, ਜਿਹੜਾ ਮੈਂ ਉਦੋਂ ਪੋਸਟ ਵੀ ਪਾਈ ਸੀ ਵੀ ਕਾਲਕਾ ਨੇ ਫਿਰ ਦਰਸ਼ਨ ਦਿੱਤੇ ਨੇ ਦਸਮ ਗ੍ਰੰਥ ਦੇ ਵਿੱਚ ਹੀ। ਚਿਤਮੋ ਕੀਆ ਕਾਲਕਾ ਯਜਨਾ, ਦਰਸ਼ਨ ਦਿਆ ਆਨ ਭਗਵਾਨਾ। ਯਜਾਨਾ ਲਿਖਿਆ ਹੋਇਆ ਨਾ ਇਹਨਾਂ ਨੇ। ਚਿਤਮੋ ਕੀਆ ਕਾਲਕਾ ਯਜਾਨਾ, ਦਰਸ਼ਨ ਦਿਆ ਆਨ ਭਗਵਾਨਾ। ਠੀਕ ਹੈ ਜੀ। ਤੇ ਭਗਵਾਨ ਨੇ ਆ ਕੇ, ਜਦੋਂ ਕਾਲਿਕਾ ਨੇ ਚਿੱਤ ਵਿੱਚ ਧਿਆਨ ਧਰਿਆ ਭਗਵਾਨ ਦਾ, ਤੇ ਭਗਵਾਨ ਨੇ ਆ ਕੇ ਦਰਸ਼ਨ ਦਿੱਤੇ। ਕਰੀ ਪ੍ਰਣਾਮ ਚਰਨਨ ਉੱਠ ਪਰੀ, ਕਰੀ ਪ੍ਰਣਾਮ ਚਰਨਨ ਉੱਠ ਪਰੀ, ਉੱਠ ਪੜੀ। ਬਾਲਾ ਨੇ ਉੱਠ ਕੇ ਪ੍ਰਣਾਮ ਕੀਤਾ ਤੇ ਚਰਨਾਂ ਉੱਤੇ ਡਿੱਗ ਪਈ। ਇਹ ਤੁਹਾਡੀ ਕਾਲਕਾ ਆ, ਨਾਲ ਤੁਹਾਡਾ ਲਿੰਗ ਇਹਨੇ ਡਿਸਾਈਡ ਕਰਤਾ ਇੱਥੇ, ਕਿਉਂਕਿ ਥੈਂਕ ਗॉड ਇੱਥੇ ਮਹਾਕਾਲ ਲਿੰਗਾ ਨਾਲ। ਠੀਕ ਹੈ ਜੀ। ਕਰੀ ਪ੍ਰਣਾਮ ਕੀਤਾ ਚਰਨਾਂ ਤੇ ਡਿੱਗ ਪਈ। ਬੇਨਤੀ ਭਾਂਤ ਅਨੇਕਤਾ ਕਰੀ, ਅਤੇ ਅਨੇਕਾਂ ਤਰ੍ਹਾਂ ਨਾਲ ਬੇਨਤੀ ਕੀਤੀ। ਸਤੀ ਕਾਲ ਮੈਂ ਦਾਸ ਤਿਹਾਰੀ, ਹੇ ਸਤੀ ਕਾਲ ਮੈਂ ਤੁਹਾਡੀ ਦਾਸੀ ਹਾਂ। ਮੈਂ ਦਾਸ ਤਿਹਾਰਾ ਨਹੀਂ, ਮੈਂ ਦਾਸ ਤਿਹਾਰੀ। ਠੀਕ ਹੈ ਜੀ। ਆਪਣੀ ਜਾਣ ਕੇ ਮੇਰੀ, ਆਪਣੀ ਜਾਨ ਕਰੋ ਪ੍ਰਿਤ ਪਾਰੀ। ਆਪਣੀ ਜਾਣ ਕੇ ਉਹਦਾ ਜੋ ਵੀ ਹੈਗੀ ਆ, ਤੇ ਉਹਦਾ ਪ੍ਰਿਤ ਪਾਰਾ ਕਰੋ, ਯਾਨੀ ਪਾਲਣਾ ਕਰੋ। ਆਪਣੀ ਜਾਨ ਸਮਝ ਕੇ ਮੇਰੀ ਪਾਲਣਾ ਕਰੋ, ਮੇਰਾ ਬਚਾਅ ਕਰੋ, ਮੇਰੀ ਰੱਛਾ ਕਰੋ। ਤੇ
ਇੱਥੋਂ ਇਹ ਤੁਹਾਡੀ ਕਾਲਕਾ ਆ ਗਈ ਤੇ ਫੀਮੇਲ ਸਿੱਧ ਹੋ ਜਾਂਦੀ ਹੈ। ਇੱਥੇ ਹੁਣ ਇੱਥੇ ਅਗਰ ਇਹਨੂੰ ਕਾਲ ਨੂੰ ਕੱਕੇ ਨਾਲੋਂ ਤੋੜ ਦਈਏ, ਪਹਿਲੀ ਗੱਲ ਤਾਂ ਇਹੀ ਹੈ ਵੀ ਜਿਹੜੇ ਓਰੀਜਨਲ ਦਸਮ ਗ੍ਰੰਥ ਨੇ ਲਿਖਤਾਂ ਨੇ ਉਹਦੇ ਚ ਵਨ ਵਰਡ ਆ ਕਿ ਅਲੱਗ-ਅਲੱਗ ਆ, ਕਿਉਂਕਿ ਤਰਜਮੇ ਚ ਮੈਂ ਫਿਰ ਕਹਿਣਾ ਆ ਜਿਹੜਾ ਇਹ ਟੀਕਾ ਕੀਤਾ ਹੈ ਰਤਨ ਸਿੰਘ ਜੱਗੀ ਉਹਨਾਂ ਨੇ, ਅਗਰ ਉਹਦੇ ਚ ਗੜਬੜ ਹੋ ਸਕਦੀ ਹੈ, ਪਰ ਘੱਟੋ ਘੱਟ ਗ੍ਰੰਥ ਦੇ ਵਿੱਚ ਤਾਂ ਜ਼ਰੂਰਤ ਨਹੀਂ ਹੋਗੀ ਕਿਸੇ ਦੀ ਵੀ ਜਿਹਦੇ ਚ ਜਿਵੇਂ ਲਿਖਿਆ ਉਵੇਂ ਹੀ ਛਾਪਿਆ ਗਿਆ। ਹੁਣ ਚਿਤਮੇ ਕੀ ਉਹ ਕਾਲਕਾ ਯਜਨਾ, ਇਹਨੂੰ ਵੀ ਆਪਾਂ ਅਲੱਗ-ਅਲੱਗ ਕਰਕੇ ਦੇਖ ਲਈਏ। ਹੁਣ ਯਜਾਨਾ ਲਿਖਿਆ ਹੋਇਆ ਕਿਉਂਕਿ ਭਗਵਾਨਾ ਕਰਨਾ ਨਾ। ਚਿਤਮੇ ਕੀ ਆ ਉਹ ਜਿਹੜੀ ਅੱਗੇ ਬਾਲਕਾ ਆ ਉਹ ਇਸਤਰੀ ਬਾਲਾ, ਅਗਰ ਉਹ ਬਾਲਕਾ ਨੇ ਕਾਲ ਦਾ ਯਜਨ ਕੀਤਾ ਤੇ ਕਾਲ ਦਾ ਯਜਨ ਕਰਨ ਦੇ ਨਾਲ ਭਗਵਾਨ ਨੇ ਦਰਸ਼ਨ ਦੇ ਦੇਣੇ ਨੇ ਆ ਕੇ। ਕਾਲ ਦਾ ਮਤਲਬ ਮ੍ਰਿਤਿੂ ਆ ਜਾਂ ਸਮਾਂ ਹੈ, ਯਾਨੀ ਅਗਰ ਭਗਵਾਨ ਦੇ ਦਰਸ਼ਨ ਕਰਨੇ ਨੇ ਟਕਸਾਲੀਓ, ਤੁਹਾਡੇ ਹਿਸਾਬ ਨਾਲ ਇੱਥੇ ਵੀ ਕਾਲਕਾ ਬਣਾ ਲਈਏ ਇਹਨੂੰ, ਕੱਕੇ ਨੂੰ ਕੱਲਾ ਲੱਲਾ ਕਾਲ, ਆ ਜਿਹੜਾ ਕੱਕਾ ਪਿੱਛੇ ਵਾਲਾ ਕਾਲਕਾ ਸ਼ਿਮਲੇ ਵਾਲਾ ਕਾਲਕਾ, ਉਹ ਕੱਕਾ ਅਲੱਗ ਕਰ ਦਈਏ ਵੀ ਕਾਲ ਦਾ ਧਿਆਨ ਧਰਿਆ, ਜਿਹਨੇ ਵੀ ਧਰਿਆ ਇਸਤਰੀ ਬਾਲਾ ਨੇ ਧਰਿਆ, ਠੀਕ ਹੈ ਜੀ। ਤੇ ਉਹਨੇ ਕਾਲ ਕਾ ਯਜਨਾ ਧਰਿਆ, ਤੇ ਜਾਣੀ ਜੇ ਪ੍ਰਮਾਤਮਾ ਪਾਉਣਾ ਤਾਂ ਕਾਲ, ਤੁਹਾਡੇ ਹਿਸਾਬ ਨਾਲ ਇੱਥੇ ਕਾਲ ਦਾ ਹੁਣ ਕੀਤਾ ਜਾਵੇ ਧਿਆਨ, ਯਾਨੀ ਜਿਹੜਾ ਸਿਮਰਨ ਕਰਨਾ ਹੈ ਕਾਲ ਦਾ ਸਿਮਰਨ ਕਰੋ ਜੇ ਪ੍ਰਮਾਤਮਾ ਨੂੰ ਪਾਉਣਾ ਹੈ। ਕਾਲ ਦਾ ਮਤਲਬ ਹੁਣ ਮੌਤ ਆ, ਉੱਥੇ ਤਾਂ ਮਹਾਕਾਲ ਇਹਨਾਂ ਨੇ ਪ੍ਰਮਾਤਮਾ ਬਣਾਤਾ, ਠੀਕ ਹੈ ਜੀ। ਹੁਣ ਇਹਨਾਂ ਦੇ ਹਿਸਾਬ ਨਾਲ ਲਾ ਲਈਏ ਵੀ ਚਿਤਮੇ ਕਰੋ ਕਾਲ ਕਾ ਯਜਨਾ, ਵੀ ਕਾਲ ਦਾ ਮਤਲਬ ਮੌਤ ਤੇ ਮਹਾ ਇੱਥੇ ਦਰਸ਼ਨ ਦਿਆ ਆਨ ਭਗਵਾਨਾ, ਤੇ ਇੱਥੇ ਹੋਣਾ ਕੀ ਚਾਹੀਦਾ ਸੀਗਾ, ਭਗਵਾਨ ਇੱਥੇ ਮਹਾਕਾਲ ਆਉਣਾ ਚਾਹੀਦਾ ਸੀ, ਫਿਰ ਦਰਸ਼ਨ ਦਿਆ ਆਨ ਮਹਾਕਾਲਾ, ਇੱਥੇ ਮਹਾਕਾਲਾ ਹੋਣਾ ਚਾਹੀਦਾ ਸੀਗਾ। ਮਹਾਕਾਲ ਨੂੰ ਇੱਥੇ ਵਾਹਿਗੁਰੂ ਬਣਾ ਕੇ ਰੱਖਤਾ ਨਾ ਇਹਨਾਂ ਨੇ, ਤੇ ਉਹਨੇ ਬਣਾਇਆ ਸੀ ਵਾਹਿਗੁਰੂ, ਕੀ ਉਹਦਾ ਨਾਂ ਆ ਜਤਿੰਦਰ ਸਿੰਘ ਟਕਸਾਲੀ ਨੇ, ਉਹ ਵੀ ਕਰੀ ਫਿਰਦਾ ਕੱਲ ਦਾ ਪ੍ਰੋਗਰਾਮ। ਇੰਨਾ ਹੁਣ ਮੇਰੇ ਕੋਲ ਦੋਸਤੋ ਟਾਈਮ ਨਹੀਂਗਾ, ਮੈਂ ਵੀ ਕੰਮ ਕਰਨਾ ਆ, ਤੇ ਮੇਰਾ ਨਾਲੇ ਉਹਦੇ ਨਾਲ ਪਰਸਨਲ ਯਾਰ ਇੰਨੇ ਮੇਰੀ ਲੋਅਰ ਲੈਵਲ ਤੇ ਮੇਰਾ ਨਹੀਂ ਹੈਗਾ ਵੀ ਮੈਂ ਤੁਹਾਡੇ ਨਾਲ ਪਰਸਨਲੀ ਤੁਹਾਡੀ ਨਾਲ ਹੈਗੀ ਹੈ। ਮੇਰਾ ਤਾਂ ਸਿੱਧਾ ਤੁਹਾਡਾ ਦਸਮ ਗ੍ਰੰਥ ਦੇ ਨਾਲ ਮੀਨਸ ਸਿਧਾਂਤਕ ਤੌਰ ਦੇ ਉੱਤੇ ਵਿਰੋਧ ਹੈ। ਇਟਸ ਨੌਨਸੈਂਸ ਜਿਹੜਾ ਇਹਨੂੰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਠੀਕ ਹੈ ਜੀ। ਇੱਥੇ ਫੇਰ ਭਗਵਾਨਾ ਕਿਉਂ ਆ ਗਿਆ, ਇੱਥੇ ਮਹਾਕਾਲ ਆਉਣਾ ਚਾਹੀਦਾ ਸੀ। ਚਿਤਮੇ ਕਾਲਕਾ ਦਾ ਜਿਹੜਾ ਹੈਗਾ ਆ, ਅੱਛਾ ਉੱਥੇ ਮਹਾਕਾਲ ਕਾਲਕਾ ਰਾਧੀ, ਜਾਨੀ ਉੱਥੇ ਮਹਾਕਾਲ ਨੇ ਕਾਲਕਾ ਰਾਧੀ ਬਣਾਤਾ, ਵੀ ਮਹਾਕਾਲ ਨੂੰ ਕਾਲ ਦੀ ਉਪਾਸਨਾ ਕਰਨ ਲੱਗਤਾ। ਹੁਣ ਇੱਥੇ ਭਗਵਾਨ ਦੀ ਜਗ੍ਹਾ ਆਪਾਂ ਇੱਥੇ ਕਾਲਕਾ ਨੂੰ ਅਲੱਗ-ਅਲੱਗ ਕਰ ਲਈਏ। ਕਾਲਕਾ ਵੀ ਕਿਸ ਉਹਨੇ ਲੇਡੀ ਜਿਹੜੀ ਹੈਗੀ ਹੈ ਇਸਤਰੀ ਬਾਲਾ ਨੇ ਕਾਲਕਾ ਧਿਆਨ ਧਰਿਆ, ਜਿਵੇਂ ਆਪਾਂ ਇਹਨਾਂ ਮਗਣਾ ਇੱਥੇ ਵੀ ਤੋੜਨਾ ਪਊਗਾ ਨਾ, ਜੇ ਕਾਲਕਾ ਉੱਥੇ ਤੋੜਿਆ ਤੇ ਕਾਲਕਾ ਇੱਥੇ ਤੋੜੋ, ਦੋ ਸ਼ਬਦ ਬਣਾਓ ਅਲੱਗ-ਅਲੱਗ, ਕੱਕੇ ਨੂੰ ਕੱਲਾ ਲੱਲਾ ਕਾਲ ਕਾ। ਇਸਤਰੀ ਬਾਲਾ ਨੇ ਕਾਲਕਾ ਜਿਹੜਾ ਹੈਗਾ ਆ ਯਜਨਾ ਕੀਤਾ ਤੇ ਉੱਥੇ ਭਗਵਾਨ ਨੇ ਦਰਸ਼ਨ ਦਿੱਤੇ, ਤੇ ਇੱਥੇ ਮਹਾਕਾਲ ਕਿਉਂ ਨਹੀਂ ਲਿਖਿਆ ਫਿਰ। ਪੁਆਇੰਟ ਨੰਬਰ 2, ਠੀਕ ਹੈ ਜੀ। ਪੁਆਇੰਟ ਨੰਬਰ ਮੈਂ ਆ ਜਾਵਾਂ ਹੁਣ 3 ਦੇ ਉੱਤੇ, ਇਹ ਮੈਨੂੰ ਲਿਆਉਣਾ ਪੈਣਾ ਜੀ। ਇਹ ਜਿੰਨਾ ਇਹਨਾਂ ਦੇ ਜਿੰਨੇ ਇਹ ਵਾਰੀ ਆਉਣਗੇ ਤੇ ਮੈਂ ਤਾਂ ਜਵਾਬ ਦਿੰਦਾ ਰਹੂੰਗਾ, ਯਾਨੀ ਮੈਂ ਨਹੀਂ ਥੱਕਦਾ ਹੈਗਾ ਬਾਈ। ਮੈਨੂੰ ਹੁਣ ਲਿਆਉਣਾ ਪੈਣਾ ਜਿਹੜਾ, ਕਿਉਂਕਿ ਜਿਹੜਾ ਇਹਨਾਂ ਨੇ ਕਹਿਤਾ ਨਾ ਮਹਾਕਾਲ ਕਾਲਕਾ ਆਰਾਧੀ, ਜਿੱਥੇ ਇੱਥੇ ਆ ਜਾਂਦਾ ਹੈ ਮਹਾਕਾਲ ਕਾਲਕਾ ਆਰਾਧੀ, ਤੇ ਇੱਥੇ ਜਿਹੜਾ ਹੈਗਾ ਆ ਮਹਾਕਾਲ ਤੋਂ ਬਚਣਾ ਆ। ਅਗਰ ਇਸੇ ਗ੍ਰੰਥ ਦੇ ਵਿੱਚ ਇਸੇ ਅਧਿਆਏ ਦੇ ਵਿੱਚ ਅਗਰ ਕਾਲ ਤੋਂ ਬਚਣਾ, ਮਤਲਬ ਕਿ ਇੱਥੇ ਦਿਖਾਇਆ ਹੋਇਆ ਵੀ ਕਾਲ ਨੇ ਸਾਰਿਆਂ ਨੂੰ ਨਸ਼ਟ ਕਰਤਾ। ਇਹ ਪੰਨਾ ਨੰਬਰ ਹੈਗਾ ਆ 92, ਅੱਗੇ ਆ ਗਿਆ 93, 92 ਤੇ ਚੱਲੀਏ ਜਾਂ ਇੱਕ ਹੋਰ ਪਿੱਛੇ ਚੱਲੀਏ 92 ਤੋਂ ਵੀ। 92 ਰਸਾਵਲ ਛੰਦ ਹੈ ਜੀ। ਜਿਤਨੇ ਵੀ ਰਾਮ ਆਦਿ ਅਵਤਾਰ ਹੋਏ ਹਨ ਸਾਰੇ ਅੰਤ ਨੂੰ ਸਰੀਰ ਤਿਆਗ ਗਏ ਹਨ। ਇਹ ਪੇਜ ਨੰਬਰ 92 ਹੈ ਜੀ। ਇਹ ਬਚਿੱਤਰ ਨਾਟਕ ਪੇਜ ਨੰਬਰ 80 ਤੋਂ ਸ਼ੁਰੂ ਹੁੰਦਾ ਹੈ ਤੇ ਮੈਂ ਰਸਾਵਲ ਛੰਦ ਤੋਂ ਸ਼ੁਰੂ ਕਰ ਰਿਹਾ ਹਾਂ। ਇੱਥੇ ਇਹ ਕਾਲ ਦੀ ਉਸਤਤ ਤੋਂ ਸ਼ੁਰੂ ਹੁੰਦਾ ਹੈ ਬੇਸਿਕਲੀ ਗ੍ਰੰਥ। ਜਲਦੀ ਹੋ ਜਦੋਂ ਸ਼ੁਰੂ ਹੋਣ ਦੀ ਸਾਰੇ ਨਾ ਆਟੋਬਾਇਓਗ੍ਰਾਫੀ ਕਾਲ ਦੀ ਉਸਤਤ ਚੱਲੀ ਜਾਂਦੀ ਹੈ। ਨਥਿੰਗ ਟੂ ਡੂ ਵਿਦ ਆਟੋਬਾਇਓਗ੍ਰਾਫੀ ਆਫ ਦ ਰਾਈਟਰ ਆਫ ਦਿਸ ਚੈਪਟਰ। ਠੀਕ ਹੈ ਜੀ। ਸਾਰੇ ਅੰਤ ਨੂੰ ਸਰੀਰ ਤਿਆਗ ਗਏ। ਜਿਤਨੇ ਕ੍ਰਿਸ਼ਨ ਵਰਗੇ ਅਵਤਾਰ ਹੋਏ ਹਨ ਸਭ ਅੰਤ ਨੂੰ ਚਲੇ ਗਏ। ਭਵਿੱਖ ਵਿੱਚ ਜਿਤਨੇ ਦੇਵਤੇ ਹੋਣਗੇ ਉਹ ਵੀ ਚਲੇ ਜਾਣਗੇ। ਜਿਤਨੇ ਬੁੱਧ ਵਰਗੇ ਮਹਾਪੁਰਸ਼ ਹੋਏ ਹਨ ਉਹ ਸਾਰੇ ਅੰਤ ਨੂੰ ਨਸ਼ਟ ਹੋ ਗਏ। ਜਿਤਨੇ ਦੇਵਰਾਜ ਹੋਏ ਹਨ ਉਹ ਸਾਰੇ ਅੰਤ ਨੂੰ ਚਲੇ ਗਏ। ਜਿਤਨੇ ਵੀ ਦੇਵ ਦੈਂਤ ਰਾਜ ਹੋਏ ਹਨ ਸਾਰੇ ਚਲੇ ਗਏ। ਜਾਣੀ ਇਹਦੇ ਵਿੱਚ ਜਾਣੀ ਮੈਂ ਜਦੋਂ ਮੈਂ ਇਹਦਾ ਕੀਤਾ ਸੀਗਾ ਆਪਣੇ ਇਹਦੀ ਵਿਆਖਿਆ ਕਰ ਰਿਹਾ ਸੀਗਾ ਉੱਥੇ ਮੈਂ ਵੀ ਇਹ ਪੁਆਇੰਟ ਰੇਜ਼ ਕੀਤਾ ਸੀ। ਮੈਂ ਦੁਬਾਰਾ ਫੇਰ ਕਰ ਰਿਹਾ। ਸਭ ਨੂੰ ਕਾਲ ਨੇ ਜਾਣੀ ਇਹਨਾਂ ਨੇ ਨਰਸਿੰਘ ਹੋ ਗਿਆ ਜਿੰਨੇ ਅਵਤਾਰ ਨੇ ਹਿੰਦੂਆਂ ਦੇ ਉਹ ਸਾਰਿਆਂ ਨੂੰ ਨਸ਼ਟ ਕਰਵਾਤਾ ਕਾਲ ਤੋਂ। ਬੁੱਧ ਨੂੰ ਨਸ਼ਟ ਕਰਵਾਤਾ। ਨਰਸਿੰਘ ਵਰਗੇ ਅਵਤਾਰ ਕਾਲ ਨੇ ਮਾਰ ਦਿੱਤਾ। ਵੱਡੇ ਵੱਡੇ ਦੰਦ ਧਾਰੀਆਂ ਦਾ ਵੀ ਬਲਵਾਨ ਕਾਲ ਨੇ ਨਾਸ਼ ਕਰ ਦਿੱਤਾ। ਹਣਿਓ ਕਾਲ ਭਾਰੀ ਹੈ ਜੀ।
ਅਵਤਾਰ ਰੂਪ ਬਾਹਮਣ ਬਾਵਨ ਬ੍ਰਾਹਮਣ ਨੂੰ ਵੀ ਕਾਲ ਨੇ ਮਾਰ ਦਿੱਤਾ, ਯਾਨੀ ਅਵਤਾਰ ਰੂਪੀ ਬਾਵਨ ਬ੍ਰਾਹਮਣ ਨੇ ਉਹਨੂੰ ਵੀ ਕਾਲ ਨੇ ਮਾਰ ਦਿੱਤਾ। ਵੱਡੇ ਸਿਰਾਂ ਵਾਲੇ ਮੱਛ ਅਵਤਾਰ ਨੂੰ ਵੀ ਕਾਲ ਨੇ ਮਾਰ ਦਿੱਤਾ। ਕਾਲ ਦੇ ਜਾਲ ਫਸਿਓ ਕਾਲ ਜੁੰਡੀ, ਕਾਲ ਨੇ ਜਾਲ ਵਿੱਚ ਫਸਾ ਲਿਆ, ਸਾਰਿਆਂ ਨੂੰ ਜਾਣੀ ਛੱਡਿਆ ਹੀ ਕੋਈ ਨਹੀਂ। ਤੇ ਫਿਰ ਮੇਰਾ ਸਵਾਲ ਇਹ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜੇ 9 ਸਿੱਖ ਗੁਰੂ ਪਾਤਸ਼ਾਹ ਹੋਏ ਨੇ ਉਹਨਾਂ ਤੋਂ ਪਹਿਲਾਂ ਉਹਨਾਂ ਨੂੰ ਵੀ ਕਾਲ ਨੇ ਮਿਲ ਕੇ ਨਾਸ਼ ਕਰ ਦਿੱਤਾ ਉਹਨਾਂ ਦਾ, ਜਾਂ ਕਾਲ ਨੂੰ ਤਾਂ ਕਿਉਂਕਿ ਸਰੀਰਕ ਤੌਰ ਤੇ ਤਾਂ ਉਹ ਨਹੀਂ ਹੈਗੇ, ਕਾਲ ਨੂੰ ਤਾਂ ਉਹਨਾਂ ਨੇ ਵੀ ਖਾ ਲਿਆ। ਤੇ ਉਹਨਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਨਹੀਂ ਆਪਣੇ ਫਾਦਰ ਸਾਹਿਬ ਬਾਰੇ ਕਿਉਂ ਨਹੀਂ ਲਿਖੇ? ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਫਾਦਰ ਬਾਰੇ ਕਿਉਂ ਨਹੀਂ ਲਿਖਿਆ? ਘੱਟੋ ਘੱਟ ਉਹਨਾਂ ਦੀ ਤਾਂ ਸ਼ਹਾਦਤ ਆਪਣੇ ਅੱਖੀਂ ਵੇਖੀ ਹੈ ਵੀ ਕਾਲ ਨੇ ਉਹਨਾਂ ਨੂੰ ਵੀ ਖਾ ਲਿਆ, ਉਹਨਾਂ ਨੂੰ ਵੀ ਨਸ਼ਟ ਕਰਤਾ। ਇਹ ਜੀ ਬੇਵਕੂਫੀ ਭਰੀ ਲੈਂਗੁਏਜ ਲਿਖਣਗੇ ਉਹ ਗੁਰੂ ਗੋਬਿੰਦ ਸਿੰਘ ਜੀ? ਜਿਹੜਾ ਬੰਦਾ ਜੰਮਿਆ ਆ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ, ਉਹਨੇ ਮਰਨਾ ਹੀ ਮਰਨਾ ਹੈ ਜਿਹਨੇ ਜਨਮ ਲਿਆ, ਤੇ ਸਾਰਾ ਕੁਝ ਅਕਾਲ ਪੁਰਖ ਦੇ ਹੱਥ ਦੇ ਵਿੱਚ ਹੈ। ਤੇ ਇੱਥੇ ਕਾਲ ਦੀ ਮਹਿਮਾ ਗਾਈ ਜਾ ਰਹੀ ਹੈ। ਹੁਣ ਜਿਹੜਾ ਮੇਰਾ ਪੁਆਇੰਟ ਹੈ, ਜਿੱਥੇ ਦਸਮ ਗ੍ਰੰਥੀ ਫਿਰ ਘਿਰਦੇ ਨੇ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦੱਸਣ ਵਾਲੇ, ਇਹ ਘਿਰਦੇ ਨੇ ਉਹਨਾਂ ਨੂੰ ਵੀ ਸਭ ਨੂੰ ਯਾਨੀ ਕਾਲ ਨੇ ਯਾਨੀ ਕਾਬੂ ਕਰ ਲਿਆ, ਫਸਾ ਲਿਆ, ਮਾਰਤਾ, ਤੋੜਤਾ ਧਰਤੀ ਤੋਂ। ਹੁਣ ਜਿਤਨੇ ਸਰਨ ਜੀ ਜਿੱਤੇ ਸਰਨ ਹੈ ਜੀ, ਜਿਤਨੇ ਮਹਾਕਾਲ ਦੀ ਸ਼ਰਨ ਵਿੱਚ ਜਾਣਗੇ, ਯਾਨੀ ਕਾਲ ਤੋਂ ਬਚਣਾ ਤਾਂ ਕਾਲ ਤੋਂ ਵੱਡੇ ਬੰਦੇ ਕੋਲ ਜਾਣਾ ਪੈਣਾ। ਉਹ ਕੌਣ ਆ? ਮਹਾਕਾਲ। ਠੀਕ ਹੈ ਜੀ। ਅਗਲੇ ਪੰਨੇ ਤੇ ਮੈਂ ਚੱਲਦਾ। ਇਹ 92 ਪੇਜ ਦਾ ਦੂਸਰਾ ਭਾਗ ਆ, 93 ਪੇਜ ਦਾ ਪਹਿਲਾ ਭਾਗ ਤੇ ਜੀ। ਤਤਿਓ ਰੱਖ ਲੈ ਹੈ, ਉਹਨਾਂ ਸਾਰਿਆਂ ਨੂੰ ਬਚਾ ਲੈ। ਯਾਨੀ ਅਗਰ ਕਾਲ ਤੋਂ ਬਚਣਾ ਤਾਂ ਉਦੋਂ ਉੱਪਰ ਜਾਣਾ ਪੈਣਾ ਮਹਾਕਾਲ। ਹੁਣ ਮਹਾਕਾਲ ਨੂੰ ਇਹ ਕਹਿੰਦੇ ਨੇ ਵਾਹਿਗੁਰੂ ਆ, ਮੰਨ ਲਿਆ। ਮੈਂ ਕਹਿੰਦਾ ਕਾਲ ਤੋਂ ਵਾਹਿਗੁਰੂ ਵੀ ਨਹੀਂ ਬਚਾ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਤਾਂ ਇਹ ਲਿਖਿਆ ਵੀ ਸਭ ਨੂੰ ਪੈਦਾ ਜਿਹੜਾ ਪੈਦਾ ਹੋਇਆ ਉਹਨੇ ਨਸ਼ਟ ਹੋਣਾ, ਉਹਨੇ ਜਾਣਾ ਹੀ ਜਾਣਾ ਧਰਤੀ ਤੋਂ। ਸਿਰਫ ਮੌਤ ਦਾ ਜਿਹੜਾ ਡਰ ਆ ਉਹ ਦੂਰ ਕਰਨਾ ਤਾਂ ਪਰਮਾਤਮਾ ਦਾ ਨਾਮ ਸਿਮਰਨ ਕਰ। ਇੱਥੇ ਕਾਲ ਤੋਂ ਕਿਸੇ ਨੇ ਨਹੀਂ ਬਚਣਾ। ਦਸੇ ਗੁਰੂ ਪਾਤਸ਼ਾਹ ਨਹੀਂ ਬਚ ਸਕੇ ਕਾਲ ਤੋਂ, ਕਿਉਂਕਿ ਇਹ ਨਿਯਮ ਹੈ। ਢੱਡਰੀ ਦਾ ਨਿਯਮ ਚੇਤੇ ਆ ਗਿਆ ਮੈਨੂੰ। ਤੇ ਇਹ ਨਿਯਮ ਇਹਨਾਂ ਨੇ ਬ੍ਰਾਹਮਣਵਾਦ ਦੇ ਰੂਪ ਦੇ ਵਿੱਚ ਜਾਨੀ ਖਾਮ ਖਾਈ ਜੋੜਿਆ ਹੋਇਆ ਹੈ। ਠੀਕ ਹੈ ਜੀ। ਹੁਣ ਜਾਨੀ ਅਗਰ ਕਾਲ ਤੋਂ ਬਚਣਾ ਤਾਂ ਮਹਾਕਾਲ ਕੋਲ ਜਾਓ। ਤੇ ਉੱਥੇ ਜਿਹੜਾ ਪਹਿਲਾ ਪੁਆਇੰਟ ਹੈ ਮੇਰਾ ਉਹ ਵੀ ਲੈ ਕੇ ਆਉਣਾ। ਅੱਗੇ ਆ ਗਿਆ ਜੀ ਭੁਜੰਗ ਪ੍ਰਿਆਤ ਛੰਦ, ਬਿਨਾ ਸਰਨ ਤਾਕੀ ਨਾ ਔਰੇ ਉਪਾਏ। ਮਹਾਕਾਲ ਦੀ ਸ਼ਰਨ ਚ ਗਏ ਬਿਨਾ ਹੋਰ ਕੋਈ ਉਪਾਅ ਨਹੀਂ ਹੈਗਾ ਕਾਲ ਤੋਂ ਬਚਣ ਦਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਠੀਕ ਹੈ ਜੀ। ਹੁਣ ਜਾਣੀ ਕਾਲ ਤੋਂ ਬਚਣਾ ਤਾਂ ਮਹਾਕਾਲ ਕੋਲ ਜਾਓ। ਤੇ ਉੱਥੇ ਇਹ ਕਾਲ ਕੋਲੋਂ ਮਹਾਕਾਲ ਕਾਲਿਕਾ ਰਾਧੀ, ਮਹਾਕਾਲ ਕਾਲਕਾ ਰਾਧੀ, ਜਾਨੀ ਮਹਾਕਾਲ ਨੂੰ ਇਹਨਾਂ ਨੇ ਅਲੱਗ-ਅਲੱਗ ਕਰਕੇ ਕਾਲਕਾ ਰਾਧੀ ਬਣਾਤਾ ਵੀ ਮਹਾਕਾਲ ਕਾਲ ਦਾ ਰਾਧੀ ਬਣਿਆ ਹੋਇਆ ਹੈ। ਤੇ ਉਸੇ ਕਾਲ ਤੋਂ ਜੇ ਬਚਣਾ ਤੇ ਮਹਾਕਾਲ ਕੋਲ ਜਾਓ। ਤੇ ਮਹਾਕਾਲ ਤਾਂ ਖੁਦ ਕਾਲ ਦੇ ਚਰਨਾਂ 'ਚ ਬੈਠਾ ਰਾਧ ਰਿਹਾ। ਕੋਈ ਸੈਂਸ ਬਣਦੀ ਹੈ ਮੀਨਸ ਇਹ ਦਸਮ ਗ੍ਰੰਥੀਆਂ ਦੀ ਐਕਸਪਲੇਨੇਸ਼ਨ ਤੋਂ? ਮੈਂ ਉਹ ਦੂਜੀ ਲੈ ਹੀ ਆਉਣਾ ਆ ਇੱਥੇ, ਉਹ ਕਿਹੜਾ ਹੈਗਾ ਨਾ ਆਹ, ਕਿਉਂਕਿ ਆ ਗਈ ਨਾ ਵੀ ਤਪੱਸਿਆ ਸਾਧੀ ਵਾਲਾ। ਮੈਂ ਇੱਕ ਹੋਰ ਇਮੇਜ ਐਡ ਕਰ ਲਾਂ, ਫਿਰ ਤੁਹਾਨੂੰ ਇਹ ਥੋੜਾ ਜਿਹਾ ਸੌਖਾ, ਯਾਨੀ ਤੁਹਾਨੂੰ ਮੈਨੂੰ ਕਲੀਅਰ ਹੈ ਜੀ ਬਿਲਕੁਲ ਕਨਸੈਪਟ ਮੇਰਾ ਆਪਣਾ। ਇਮੇਜ ਟੂ ਬਰਾਊਜ਼, ਕਿੱਥੇ ਗਿਆ ਵੀ? ਅਗਲਾ ਪੰਨਾ ਆ ਗਿਆ ਜੀ। ਹਾਂਜੀ, ਨਹੀਂ ਮੈਂ ਗਲਤ ਲਿਆ, ਮੈਂ ਸਿਰਫ 9 ਗਲਤ ਲਿਖਿਆ ਹੋਇਆ ਜੀ ਇਹਦਾ ਨਾ। ਪ੍ਰੋਪਰਟੀਜ਼, ਇਮੇਜ ਫਾਈਲ ਬਰਾਊਜ਼ ਤੇ ਓਕੇ ਆ ਗਿਆ ਜੀ। ਹੁਣ ਇੱਥੇ ਕੀ ਆ ਰਿਹਾ ਆ? ਪੰਨਾ ਨੰਬਰ 93 ਤੇ ਪੰਨਾ ਨੰਬਰ 118 ਉਹੀ ਹੈ। ਜਾਨੀ ਤੁਹਾਡਾ ਜਿਹੜਾ ਆਟੋਬਾਇਓਗ੍ਰਾਫੀ ਆਫ ਗੁਰੂ ਗੋਬਿੰਦ ਸਿੰਘ ਔਰ ਰਾਈਟਰ ਆਫ ਦਿਸ ਚੈਪਟਰ, ਇਟਸ ਨਾਟ ਦਾ ਹੋਲ ਗ੍ਰੰਥ। ਇੱਥੇ ਉਸ ਮਹਾਕਾਲ ਦੀ ਸ਼ਰਨ ਵਿੱਚ ਗਏ ਤੋਂ ਬਿਨਾ ਹੋਰ ਕੋਈ ਉਪਾਅ ਨਹੀਂ ਕਾਲ ਤੋਂ ਬਚਣ ਦਾ, ਕਿਉਂਕਿ ਕਾਲ ਨੂੰ ਇੰਨੇ ਕੁ ਕੋਕੇ ਜੜਤੇ ਇਹਨਾਂ ਨੇ ਪਿਛਲੇ 92 ਨੰਬਰ ਪੇਜ ਦੇ 91 ਤੇ ਵੀ ਉਹਨੇ ਛੱਡਿਆ ਹੀ ਕੋਈ ਨਹੀਂ। ਹਾਲਾਂਕਿ ਆਪਣੇ ਗੁਰੂ ਸਾਹਿਬਾਨਾਂ ਦਾ ਨਾਮ ਜਾਨੀ ਬਹੁਤ ਵੱਡੀ ਜਾਤੀ ਹੈ। ਅਗਰ ਕਾਲ ਤੋਂ ਬੁੱਧ ਨਹੀਂ ਬਚਿਆ ਤੇ ਕਾਲ ਦੇ ਕਹਿਰ ਤੋਂ ਕਹਿਰ ਬਣਾ ਕੇ ਪੇਸ਼ ਕੀਤਾ ਇਹਨਾਂ ਨੇ ਵੀ ਕਾਲ ਦੇ ਡਰ ਤੋਂ, ਮੌਤ ਤੋਂ ਕੋਈ ਵੀ ਨਹੀਂ ਬਚਿਆ, ਕਿਉਂਕਿ ਜਿਹਨੇ ਜਨਮ ਲਿਆ ਆ। ਇੱਕ ਹੋਰ ਟਕਸਾਲੀ ਟੱਕਰਿਆ ਕੱਲ ਮੈਨੂੰ, ਮੈਂ ਪੋਸਟ ਵੀ ਪਾਈ ਸੀ ਉਹਦੀ, ਉਹ ਮੈਨੂੰ ਮੈਸੇਜ ਕੀਤਾ WhatsApp ਦੇ ਉੱਤੇ, ਖੈਰ ਮੈਂ ਬਿਨਾਂ ਨਾਂ ਦੱਸੇ ਉਹਦਾ ਪਾਇਆ। ਆਖੇ ਗੁਰੂ ਨਾਨਕ ਸਾਹਿਬ ਨੇ ਜਨਮ ਨਹੀਂ ਸੀ ਲਿਆ, ਉਹ ਪ੍ਰਗਟ ਹੋਏ ਸੀ। ਪ੍ਰਗਟ ਹੋਏ ਸੀ ਜਾਂ ਜੋਤੀ ਜੋਤ ਸਮਾਉਣਾ ਮੀਨਸ ਇੱਕ ਬਿਕੋਜ਼ ਆਫ ਰਿਸਪੈਕਟ ਵਰਡ ਯੂਜ਼ ਕੀਤੇ ਜਾਂਦੇ ਨੇ। ਪਰ ਜਦੋਂ ਉਹਨੇ ਲਿਖਤਾ ਨਾ ਜਨਮ ਨਹੀਂ ਸੀ ਹੋਇਆ, ਪ੍ਰਗਟ ਹੋਈ ਸੀ, ਮੀਨਸ ਹੀ ਸਡਨਲੀ ਅਪੀਅਰਡ ਫਰਮ ਨਥਿੰਗ, ਵੀ ਉਹ ਆਪਣੇ ਆਪ ਹੀ ਪੈਦਾ ਹੋ ਗਏ। ਤੇ ਮਹਿਤਾ ਕਾਲੂ ਤੇ ਜਿਹੜੇ ਉਹਨਾਂ ਦੇ ਮਾਤਾ ਜੀ ਸੀਗੇ ਗੁਰੂ ਨਾਨਕ ਸਾਹਿਬ ਦੇ, ਉਹਨਾਂ ਦੇ ਘਰੇ ਜਿਹੜਾ ਜਨਮ ਕਿਸੇ ਬੱਚੇ ਨੇ ਲਿਆ ਕਿ ਨਹੀਂ ਲਿਆ?
ਮਹਿਤਾ ਕਾਲੂ ਅਗਰ ਦੇ ਕਿੰਨੇ ਬੱਚੇ ਸਨ, ਉਹਨਾਂ ਦੇ ਵਿੱਚੋਂ ਕਿੰਨੀਆਂ ਔਲਾਦਾਂ ਨੇ ਜਨਮ ਲਿਆ, ਤੇ ਅਗਰ ਇਹ ਪ੍ਰਗਟ ਹੋ ਗਏ ਤਾਂ ਮੀਨਸ ਕਿਆ ਨੌਨਸੈਂਸ ਗੱਲਾਂ ਨੇ ਯਾਰ। ਹਾਂ ਤੁਸੀਂ ਬਿਕੋਜ਼ ਆਫ ਰਿਸਪੈਕਟ ਪ੍ਰਗਟ ਹੋਏ ਤੇ ਜੋਤੀ ਜੋਤ ਸਮਾਏ ਕਹਿ ਸਕਦੇ ਹੋ, ਪਰ ਜਦੋਂ ਤੁਸੀਂ ਕਿਹਾ ਵੀ ਜਨਮ ਨਹੀਂ ਲਿਆ, ਪ੍ਰਗਟ ਹੋਏ ਨੇ, ਤੇ ਇਟਸ ਆਲ ਨੌਨਸੈਂਸ। ਤੇ ਹੁਣ ਆ ਜੀ ਇੱਥੇ ਮਹਾਕਾਲ ਦੀ ਸ਼ਰਨ ਤੋਂ ਗਏ ਬਿਨਾ ਹੋਰ ਕੋਈ ਉਪਾਅ ਨਹੀਂ ਕਾਲ ਤੋਂ ਬਚਣ ਦਾ, ਤੇ ਇੱਥੇ ਇਹਨਾਂ ਨੇ ਕਾਲ ਦਾ ਕੰਨਾ ਕੱਟ ਕੇ, ਕਾਲਕਾ ਦਾ ਕੰਨਾ ਕੱਟ ਕੇ ਮਹਾਕਾਲ ਕਾਲਕਾ ਆਰਾਧੀ, ਜਾਣੀ ਮਹਾਕਾਲ ਨੇ, ਜਿਹੜਾ ਮਹਾਕਾਲ ਆ ਉਹ ਕਾਲਕਾ ਦਾ, ਕਾਲ ਦਾ ਆਰਾਧੀ ਆ, ਮਹਾਕਾਲ ਕਾਲ ਦਾ ਆਰਾਧੀ ਲਾ ਲਈਏ ਆਪਾਂ, ਕੱਕੇ ਵਾਲਾ ਕਨਫਿਊਜ਼ਨ ਜਿਹਾ ਹੁੰਦਾ ਨਾ। ਇਹ ਇਹਨਾਂ ਨੇ ਬੜੇ, ਦੇਖੋ ਬੜਾ ਸ਼ਾਤਰ ਦਿਮਾਗ ਆ ਪਿੱਛੇ ਜਿਹੜਾ ਕੰਮ ਕਰ ਰਿਹਾ ਆ, ਤੇ ਇਹ ਅੱਖਾਂ ਮੀਚ ਕੇ ਜਿਹੜੇ ਉਹਨੂੰ ਫੋਲੋ ਕਰਨ ਵਾਲੇ ਨੇ ਉਹਨਾਂ ਦੀ ਗਿਣਤੀ